ਤਾਂ ਜਦੋਂ ਐਸੀਆਂ ਚੇਂਜਸ ਆਉਂਦੀਆਂ ਨੇ ਤਾਂ ਉਸ ਟਾਈਮ 'ਤੇ ਜੋ ਫੀਮੇਲ ਦੀ ਬੋਡੀ ਆ ਉਹ ਇਸ ਤਰ੍ਹਾਂ ਬਦਲਾਅ 'ਚ ਹੁੰਦੀ ਆ, ਇਸ ਤਰ੍ਹਾਂ ਦੇ ਚੇਂਜਸ ਆਉਂਦੇ ਨੇ ਜੋ ਕਿ ਕਹਿ ਲਓ ਉਹਨੂੰ ਅੰਦਰ ਤੋਂ ਪੂਰੀ ਤਰ੍ਹਾਂ ਹਿਲਾ ਦਿੰਦੇ ਨੇ ਇਮੋਸ਼ਨਲੀ। ਤਾਂ ਪਹਿਲਾਂ ਸਾਰੇ ਰੌਲਾ ਪਾ ਰਹੇ ਹੁੰਦੇ ਨੇ ਬੱਚਾ ਪੈਦਾ ਕਰੋ, ਅਸੀਂ ਸੰਭਾਲਾਂਗੇ। ਜਦੋਂ ਬੱਚੇ ਦੀ ਪੈਦਾਇਸ਼ ਹੋ ਜਾਂਦੀ ਆ ਤਾਂ ਸਿਰਫ ਮਾਂ ਦੀ ਗੋਦੀ 'ਚ ਰਹਿੰਦਾ, ਮਾਂ ਦੀ ਰਾਤ ਦੀਆਂ ਨੀਂਦਾਂ ਗਾਇਬ ਹੋ ਜਾਂਦੀਆਂ ਨੇ, ਉਹਦਾ ਖਾਣਾ ਪੀਣਾ ਨਹੀਂ ਠੀਕ ਰਹਿੰਦਾ। ਤਾਂ ਇਹ ਸਭ ਚੀਜ਼ਾਂ ਨੂੰ ਹੈਂਡਲ ਕਰਦੇ ਕਰਦੇ ਉਹਦੇ ਵਿੱਚੋਂ ਡਿਪਰੈਸ਼ਨ ਦੇ ਸਿੰਪਟਮਸ ਆਉਣੇ ਸਟਾਰਟ ਹੋ ਜਾਂਦੇ ਹਾਰਮੋਨਲ ਚੇਂਜਸ ਕਰਕੇ। ਜੇ ਤੁਹਾਡੇ ਥੋਟਸ ਦੀ ਨੈਗੇਟਿਵ ਥੋਟਸ ਦੀ ਚੇਨ ਬਣ ਰਹੀ ਆ ਤਾਂ ਤੁਸੀਂ ਕਦੇ ਨੋਟਿਸ ਕਰੋ ਚੇਨ ਸਿਰਫ ਉਦੋਂ ਬਣੂਗੀ ਜੇ ਤੁਸੀਂ ਬੈਠੇ ਹੋਵੋਗੇ ਜਾਂ ਤੁਸੀਂ ਲੇਟ ਜਾਓਗੇ। ਜੇ ਸਾਡੇ ਕੋਲ ਡਿਸਟਰੈਕਸ਼ਨ ਨਹੀਂ ਹੈਗੀ ਤਾਂ ਇਹ ਬਹੁਤ ਬੜੀ ਪ੍ਰੋਬਲਮ ਆ। ਸਾਰੇ ਡਿਸਆਰਡਰਸ ਦੇ ਵਿੱਚ ਥੋਟ ਪ੍ਰੋਸੈਸ ਬਹੁਤ ਇੰਪੋਰਟੈਂਸ ਰੱਖਦਾ। ਇੱਕ ਡਿਸਆਰਡਰ ਆ ਉਹਦਾ ਨਾਮ ਹੈ ਸੀਜ਼ਨਲ ਅਫੈਕਟਿਵ ਡਿਸਆਰਡਰ, ਜੋ ਕਿ ਫਾਲ ਦੇ ਸੀਜ਼ਨ ਦੇ ਵਿੱਚ ਆਉਂਦਾ। ਮਤਲਬ ਜਦੋਂ ਅਸੀਂ ਸ਼ਿਫਟ ਕਰਦੇ ਹਾਂ ਸਰਦੀਆਂ ਤੋਂ ਗਰਮੀਆਂ ਵਾਲੀ ਸਾਈਡ ਜਾਂ ਸਰਦੀਆਂ ਦੇ ਵਿੱਚ ਕਾਰਬੋਹਾਈਡਰੇਟਸ ਅਗਰ ਅਸੀਂ ਜ਼ਿਆਦਾ ਕੰਜ਼ਿਊਮ ਕਰਦੇ ਹਾਂ ਤਾਂ ਵੀ ਸਾਡੇ ਹਾਰਮੋਨਸ ਦੇ ਵਿੱਚ ਕਹਿ ਲਓ ਉੱਪਰ ਨੀਚੇ ਹੋ ਜਾਂਦੇ ਨੇ ਸਾਡੇ ਹਾਰਮੋਨਸ। ਮੇਰੇ ਕੋਲ ਕਈ ਕਲਾਇੰਟਸ ਉਸ ਟਾਈਮ ਆਉਂਦੇ ਨੇ ਜੋ ਕਹਿੰਦੇ ਸਾਡਾ ਜੀ ਨਹੀਂ ਲੱਗ ਰਿਹਾ ਪਰ ਸਾਨੂੰ ਰੀਜ਼ਨ ਨਹੀਂ ਪਤਾ। ਜਿਹੜਾ ਬੱਚਾ ਹੈ ਉਹਨੂੰ ਤੁਸੀਂ ਐਵੇਂ ਨਹੀਂ ਸਿਖਾ ਸਕਦੇ ਕਿ ਐਵੇਂ ਕਰ ਲਓ ਜਾਂ ਇਸ ਤਰੀਕੇ ਨਾਲ ਕਰ ਲਓ। ਉਹਨੇ ਜੋ ਤੁਸੀਂ ਕਰ ਰਹੇ ਹੋ ਉਹਨੂੰ ਦੇਖ ਕੇ ਸਿੱਖਣਾ। ਬੀਇੰਗ ਪਾਰਟਨਰ ਟੂ ਯੋਰ ਹਸਬੈਂਡ ਔਰ ਵਾਈਫ, ਤੁਸੀਂ ਉਹਨਾਂ ਨਾਲ ਝਗੜਾ ਕਰ ਰਹੇ ਹੋ ਜਾਂ ਉਹਨਾਂ ਬਾਰੇ ਬੁਰਾ ਬੋਲ ਰਹੇ ਹੋ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਅੱਧੇ ਕੁ ਘੰਟੇ ਬਾਅਦ ਤੁਸੀਂ ਦੁਬਾਰਾ ਉਹਨਾਂ ਨਾਲ ਖੁਸ਼ ਹੋ ਜਾਓਗੇ। ਤੁਹਾਨੂੰ ਕਿਉਂਕਿ ਤੁਸੀਂ ਮਨਾਉਣ ਲੱਗੇ ਬੱਚਿਆਂ ਨੂੰ ਕੋਲੇ ਬੈਠ ਕੇ ਨਹੀਂ ਦਿਖਾਉਂਦੇ। ਕੁਛ ਪੋਪੂਲੇਸ਼ਨ ਇਸ ਤਰ੍ਹਾਂ ਦੀ ਆ ਜੋ ਬਾਹਰ ਜਾਣ ਦਿੰਦੀ ਆ ਪਰ ਉਹ ਘਰ ਦੀ ਜ਼ਿੰਮੇਵਾਰੀ ਵੀ ਫੀਮੇਲ 'ਤੇ ਆ। ਇੰਡੀਅਨਸ ਨੂੰ ਇਹ ਨਹੀਂ ਪਤਾ ਕਿ ਜੋ ਮਨੋਵਿਗਿਆਨਿਕ ਰੋਗ ਨੇ ਅਤੇ ਪਰੇਸ਼ਾਨੀਆਂ ਨੇ ਉਹਨਾਂ 'ਚ ਫਰਕ ਆ। ਪਾਗਲ ਵਰਡ ਐਗਜ਼ਿਸਟ ਹੀ ਨਹੀਂ ਕਰਦਾ ਸਾਈਕੋਲੋਜੀ ਦੇ ਵਿੱਚ। ਮਤਲਬ ਦੇਰ ਇਜ਼ ਨੋ ਵਰਡ ਲਾਈਕ ਅਸੀਂ ਕਿਸੇ ਨੂੰ ਪਾਗਲ ਨਹੀਂ ਬੋਲ ਸਕਦੇ। ਫੈਮਿਲੀ ਵਿੱਚ ਟਾਈਮ ਸਪੈਂਡ ਕਰੀਏ, ਸੋਸ਼ਲਾਈਜੇਸ਼ਨ ਵਧਾਈਏ। ਮਤਲਬ ਸੋਸ਼ਲ ਮੀਡੀਆ ਸਾਈਟਸ 'ਤੇ ਨਹੀਂ, ਸੱਚੀ ਮੁੱਚੀ ਦੀ ਫਿਜ਼ੀਕਲ ਜੋ ਇੰਟਰੈਕਸ਼ਨ ਅਗਰ ਅਸੀਂ ਉਹ ਵਧਾਈਏ ਤਾਂ ਇੱਕ ਇਨਸਾਨ ਹੈਲਦੀ ਰਹਿ ਸਕਦਾ। ਕਿ ਸੋਸ਼ਲ ਮੀਡੀਆ ਸਾਈਟਸ ਦੇ ਉੱਤੇ ਲੋਕ ਜਦੋਂ ਪੋਸਟ ਕਰਦੇ ਆ ਆਪਣੀ ਕੋਈ ਚੀਜ਼ ਤਾਂ ਉਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਮੇਰੀ ਪੋਸਟ ਕਿੰਨੇ ਜਣਿਆਂ ਨੇ ਲਾਈਕ ਕੀਤੀ ਆ, ਕਿੰਨੇ ਜਣਿਆਂ ਨੇ ਕਮੈਂਟ ਕੀਤਾ, ਫਿਰ ਬਾਰ-ਬਾਰ ਚੈੱਕ ਕਰਕੇ ਦੇਖਦੇ ਹੋ। ਇਹ ਸਾਈਕੋਲੋਜੀਕਲ ਇਸ਼ੂ ਹੈ। ਸਤਿ ਸ਼੍ਰੀ ਅਕਾਲ। ਬੀ ਸੋਸ਼ਲ ਵੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਰਣਦੀਪ ਪੰਦੇਰ ਸਵਾਗਤ ਕਰਦੀ ਹਾਂ। ਅਕਸਰ ਜਦੋਂ ਅਸੀਂ ਅਜੋਕੇ ਸਮਾਜ ਦੀ ਗੱਲ ਕਰਦੇ ਹਾਂ ਤਾਂ ਇੱਕ ਵਰਤਾਰਾ ਇਸ ਵੇਲੇ ਜੋ ਸਭ ਤੋਂ ਜ਼ਿਆਦਾ ਦੇਖਣ ਦੇ ਵਿੱਚ ਆ ਰਿਹਾ ਹੈ ਉਹ ਇਹ ਕਿ ਅਜੋਕਾ ਮਨੁੱਖ ਪਰੇਸ਼ਾਨ ਹੈ, ਬਹੁਤ ਸਾਰੀਆਂ ਸਮੱਸਿਆਵਾਂ ਦੇ ਵਿੱਚ ਘਿਰਿਆ ਹੋਇਆ ਹੈ ਕਿਉਂਕਿ ਉਹਦੇ ਕੋਲ ਖੁੱਲ੍ਹ ਕੇ ਆਪਣੀ ਗੱਲ ਕਰਨ ਲਈ, ਹੱਸਣ ਲਈ, ਰੋਣ ਲਈ, ਵਿਰਲਾਪ ਕਰਨ ਲਈ ਸਮਾਂ ਨਹੀਂ ਹੈ, ਮੌਕਾ ਨਹੀਂ ਹੈ ਜਾਂ ਫਿਰ ਕੋਈ ਸਹਾਰਾ ਨਹੀਂ ਹੈ ਜਿਹਦੇ ਨਾਲ ਉਹ ਆਪਣੀ ਮਨ ਦੀ ਭੜਾਸ ਜਿਹੜੀ ਹੈ ਉਹ ਬਾਹਰ ਕੱਢ ਸਕੇ, ਕਿਸੇ ਨਾਲ ਆਪਣੇ ਮਨ ਦੀ ਗੱਲ ਨੂੰ ਸਾਂਝਾ ਕਰ ਸਕੇ। ਜਾਂ ਫਿਰ ਕਈ ਵਾਰ ਉਸ ਤਰ੍ਹਾਂ ਦੇ ਹਾਲਾਤ ਨਹੀਂ ਹੁੰਦੇ ਜੋ ਉਸ ਇਨਸਾਨ ਦੀ ਹਾਲਤ ਨੂੰ, ਉਹਨੂੰ ਇਹ ਲੱਗਦਾ ਕਿ ਕੋਈ ਮੇਰੀ ਹਾਲਤ ਨੂੰ ਸਮਝ ਨਹੀਂ ਸਕੇਗਾ, ਜਿਸ ਕਾਰਨ ਬਹੁਤ ਸਾਰੀਆਂ ਪਰੇਸ਼ਾਨੀਆਂ ਦੇ ਵਿੱਚ ਅਜੋਕਾ ਮਨੁੱਖ ਘਿਰਿਆ ਹੋਇਆ ਹੈ। ਅਤੇ ਖਾਸ ਕਰਕੇ ਜੇਕਰ ਮੈਂ ਮਹਿਲਾਵਾਂ ਦੀ ਗੱਲ ਕਰਾਂ ਤਾਂ ਬਹੁਤ ਸਾਰੇ ਹਾਰਮੋਨਲ ਚੇਂਜਸ ਔਰਤਾਂ ਦੀ ਜ਼ਿੰਦਗੀ ਦੇ ਵਿੱਚ ਆਉਂਦੇ ਨੇ। ਫਿਰ ਚਾਹੇ ਉਹ ਪ੍ਰੈਗਨੈਂਸੀ ਹੋਏ, ਅਬੋਰਸ਼ਨ ਹੋਏ ਜਾਂ ਫਿਰ ਪੀਰੀਅਡਸ ਤੋਂ ਬਾਅਦ ਦੇ ਜਿਹੜੇ ਸਮਾਂ ਹੈ, ਇਸ ਸਮੇਂ ਦੇ ਦੌਰਾਨ ਸਾਨੂੰ ਖਾਸ ਤੌਰ 'ਤੇ ਸਰੀਰਕ ਤੌਰ 'ਤੇ ਉਹਦੇ ਨਾਲ ਨਾਲ ਮਾਨਸਿਕ ਤੌਰ 'ਤੇ ਵੀ ਸਾਨੂੰ ਬਹੁਤ ਸਾਰਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਅਤੇ ਜਦੋਂ ਅਜਿਹਾ ਨਹੀਂ ਹੁੰਦਾ ਉਸ ਕਾਰਨ ਅਸੀਂ ਬਹੁਤ ਸਾਰੀਆਂ ਮਾਨਸਿਕ ਸਮੱਸਿਆਵਾਂ ਦੇ ਵਿੱਚ ਘਿਰ ਜਾਂਦੇ ਹਾਂ ਜਿਨ੍ਹਾਂ ਦਾ ਸਹਿਜੇ ਕਰਕੇ ਸਾਨੂੰ ਵੀ ਪਤਾ ਨਹੀਂ ਚੱਲਦਾ। ਅੱਜ ਦੇ ਇਸ ਖਾਸ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਮਹਿਮਾਨ ਨੇ ਜੋ ਉਹ ਇਹਨਾਂ ਸਮੱਸਿਆਵਾਂ ਦੇ ਬਾਰੇ 'ਚ ਹੀ ਸਾਡੇ ਨਾਲ ਗੱਲਬਾਤ ਕਰਨਗੇ। ਮੈਡਮ ਕਨਿਕਾ ਸ਼ਰਮਾ ਜੀ ਮਨੋਰੋਗ ਮਾਹਿਰ ਨੇ, ਗੱਲ ਕਰਦੇ ਹਾਂ ਇਹਨਾਂ ਦੇ ਨਾਲ। ਮੈਡਮ ਬਹੁਤ ਬਹੁਤ ਸਵਾਗਤ ਕਰਦੇ ਹਾਂ ਤੁਹਾਡਾ। ਥੈਂਕ ਯੂ। ਸਭ ਤੋਂ ਪਹਿਲਾਂ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਸਾਨੂੰ ਸਮਾਂ ਦਿੱਤਾ ਥੈਂਕ ਯੂ ਗੱਲ ਕਰਨ ਲਈ। ਇਹ ਜਾਣਨਾ ਚਾਹਾਂਗੇ ਕਿ ਮਾਨਸਿਕ ਸਮੱਸਿਆਵਾਂ ਹੁੰਦੀਆਂ ਕੀ ਨੇ ਜਾਂ ਕਿਹੜੀਆਂ ਸਮੱਸਿਆਵਾਂ ਨੇ, ਕਿਹੜੇ ਹਾਲਤ ਨੇ ਉਹ ਜਿਨ੍ਹਾਂ ਨੂੰ ਅਸੀਂ ਇਹ ਮੰਨ ਸਕਦੇ ਹਾਂ ਕਿ ਹੁਣ ਕੋਈ ਬੰਦਾ ਮਾਨਸਿਕ ਤੌਰ 'ਤੇ ਬਿਮਾਰ ਹੈ।
ਦੇਖੋ, ਮਾਨਸਿਕ ਸਮੱਸਿਆਵਾਂ ਨਾਲ ਦੇ ਬਾਰੇ ਗੱਲ ਕਰਨ ਤੋਂ ਪਹਿਲਾਂ ਆਪਾਂ ਮਾਨਸਿਕ ਸਿਹਤ ਬਾਰੇ ਗੱਲ ਕਰਦੇ ਹਾਂ ਕਿ ਸਿਹਤ ਦੋ ਪੱਖਾਂ 'ਚ ਵੰਡੀ ਹੋਈ ਆ, ਸਰੀਰਕ ਸਿਹਤ ਤੇ ਮਾਨਸਿਕ ਸਿਹਤ। ਜਿਹੜੀ ਮਾਨਸਿਕ ਸਿਹਤ ਆ ਉਹ ਬੇਸਿਕਲੀ ਬਣਦੀ ਆ ਤਿੰਨ ਤੱਥਾਂ ਤੋਂ, ਸਾਡੇ ਜੋ ਵਿਚਾਰ ਨੇ, ਸਾਡੀਆਂ ਭਾਵਨਾਵਾਂ ਤੇ ਸਾਡੀ ਸਰੀਰਕ ਕਿਰਿਆਵਾਂ। ਤੇ ਇਹਨਾਂ ਤਿੰਨਾਂ ਨੂੰ ਮਿਲਾ ਕੇ ਜੇ ਸਾਡੇ ਤਿੰਨੋਂ ਜੋ ਹਿੱਸੇ ਨੇ ਜੇ ਵਧੀਆ ਕੰਮ ਕਰ ਰਹੇ ਨੇ, ਮਤਲਬ ਸਾਡੇ ਵਿਚਾਰਾਂ ਵਿੱਚ ਸਕਾਰਾਤਮਕਤਾ ਹੈਗੀ ਆ, ਪੋਜ਼ਿਟਿਵਿਟੀ ਆ, ਜੇ ਅਸੀਂ ਇਮੋਸ਼ਨਲੀ ਬਹੁਤ ਬੈਲੈਂਸਡ ਆ, ਅਸੀਂ ਐਕਸਪ੍ਰੈਸ ਕਰ ਪਾ ਰਹੇ ਹਾਂ ਆਪਣੇ ਆਪ ਨੂੰ, ਤੇ ਅਸੀਂ ਆਪਣੇ ਵਿਚਾਰਾਂ ਨੂੰ ਲੈ ਕੇ ਤੇ ਸਾਡੀ ਇਮੋਸ਼ਨੈਲਿਟੀ ਨੂੰ ਲੈ ਕੇ ਜਦੋਂ ਅਸੀਂ ਐਕਸ਼ਨ ਵੀ ਉਵੇਂ ਦੇ ਹੀ ਕਰਦੇ ਹਾਂ, ਮੋਟੀਵੇਟਿਡ ਆ, ਡਰਿਵਨ ਆ ਆਪਣੀ ਲਾਈਫ ਦੇ ਵਿੱਚ, ਤਾਂ ਅਸੀਂ ਕਹਾਂਗੇ ਕਿ ਅਸੀਂ ਮੈਂਟਲੀ ਹੈਲਦੀ ਹਾਂ। ਤੇ ਇਹਨਾਂ ਹੀ ਤਿੰਨਾਂ ਭਾਗਾਂ ਦੇ ਵਿੱਚ ਜਦੋਂ ਪ੍ਰੋਬਲਮ ਆਉਂਦੀ ਆ, ਜਿਵੇਂ ਕਿ ਸਾਡੇ ਹੁਣ ਵਿਚਾਰਾਂ ਦੇ ਵਿੱਚ ਨਕਾਰਾਤਮਕਤਾ ਆਉਣੀ ਸਟਾਰਟ ਹੋਈ, ਤੇ ਜਦੋਂ ਉਹਦੀ ਚੇਨ ਬਣਨੀ ਸ਼ੁਰੂ ਹੋ ਗਈ, ਇੱਕ ਤੋਂ ਬਾਅਦ ਇੱਕ ਵਿਚਾਰ ਆਇਆ, ਫਿਰ ਉਸ ਤੋਂ ਬਾਅਦ ਉਸ ਤੋਂ ਅਗਲਾ, ਤੇ ਉਹ ਚੇਨ ਨਹੀਂ ਟੁੱਟ ਰਹੀ, ਤੇ ਉਹਦੇ ਨਾਲ ਸਾਡੀ ਭਾਵਨਾਤਮਕ ਜਿਹੜੀ ਸਾਡੀ ਸਿਹਤ ਆ ਉਹ 'ਤੇ ਅਸਰ ਪੈ ਰਿਹਾ। ਅਸੀਂ ਹੋਰ ਵੀ ਜ਼ਿਆਦਾ ਨੈਗੇਟਿਵ ਇਮੋਸ਼ਨਸ ਫੀਲ ਕਰਨ ਲੱਗ ਗਏ। ਤੇ ਉਸ ਤੋਂ ਬਾਅਦ ਸਾਡੇ ਐਕਸ਼ਨਸ ਦੇ ਉੱਤੇ ਕਿਆ ਇੰਪੈਕਟ ਪੈਂਦਾ ਕਿ ਅਸੀਂ ਹੁਣ ਜਾਂ ਤਾਂ ਅਸੀਂ ਕੁਝ ਵੀ ਐਕਸ਼ਨ ਨਹੀਂ ਕਰ ਰਹੇ ਕਿਉਂਕਿ ਅਸੀਂ ਡਿਸਟ੍ਰੈਸ 'ਚ ਹਾਂ ਕਿ ਅਸੀਂ ਹੁਣ ਬਸ ਸਾਨੂੰ ਬੈਠਣਾ ਪਸੰਦ ਆ, ਸਾਨੂੰ ਲੇਟੇ ਰਹਿਣਾ ਪਸੰਦ ਆ, ਅਸੀਂ ਅਗਰ ਮੋਬਾਈਲ ਦੇ ਵਿੱਚ ਵੀਡੀਓਜ਼ ਦੇਖਣ ਲੱਗ ਗਏ, ਸਾਨੂੰ ਬਿੰਜ ਵਾਚ ਕਰਨ ਦੀ ਆਦਤ ਪੈ ਗਈ ਜੀ, ਸਾਨੂੰ ਅਗਰ ਖਾਣਾ ਸਟਾਰਟ ਕੀਤਾ ਤਾਂ ਖਾਣੇ 'ਚ ਪਲੇਜ਼ਰ ਮਿਲਣ ਲੱਗ ਗਈ, ਤਾਂ ਅਸੀਂ ਸਿਰਫ ਖਾ ਕੇ ਖੁਸ਼ ਹਾਂ। ਠੀਕ ਹੈ, ਤਾਂ ਇਹ ਸਾਰੇ ਐਕਸ਼ਨ ਸਾਡੀ ਨੋਰਮਲ ਲਾਈਫ ਤੋਂ ਚੇਂਜਡ ਐਕਸ਼ਨ ਨੇ। ਠੀਕ ਹੈ, ਅਬਨੋਰਮਲ ਐਕਸ਼ਨ ਕਿਹਾ ਜਾਂਦਾ ਇਹਨਾਂ ਨੂੰ, ਤਾਂ ਸਾਡੇ ਐਕਸ਼ਨ ਵੀ ਚੇਂਜ ਹੋ ਗਏ। ਤਾਂ ਜਦੋਂ ਸਾਡੀ ਲਾਈਫ ਦੇ ਵਿੱਚ ਤਿੰਨੋਂ ਭਾਗਾਂ ਦੇ ਵਿੱਚ ਇਹ ਚੇਂਜਸ ਆਉਂਦੀਆਂ ਨੇ ਕਿ ਅਸੀਂ ਵਿਚਾਰ ਵੀ ਆਪਣੇ ਨਹੀਂ ਠੀਕ ਕਰ ਪਾ ਰਹੇ, ਅਸੀਂ ਆਪਣੀ ਇਮੋਸ਼ਨੈਲਿਟੀ ਨੂੰ ਨਹੀਂ ਐਕਸਪ੍ਰੈਸ ਕਰ ਪਾ ਰਹੇ, ਨਾ ਹੈਂਡਲ ਕਰ ਪਾ ਰਹੇ ਹਾਂ, ਤੇ ਅਸੀਂ ਆਪਣੇ ਐਕਸ਼ਨਸ ਨੂੰ ਵੀ ਕੰਟਰੋਲ ਨਹੀਂ ਕਰ ਪਾ ਰਹੇ ਜਾਂ ਦੇਖ ਨਹੀਂ ਪਾ ਰਹੇ ਕਿ ਸਾਡੇ ਐਕਸ਼ਨ ਸਾਨੂੰ ਪਲੇਜ਼ਰ ਦੇ ਰਹੇ ਨੇ ਜਾਂ ਫਿਰ ਸਾਡੇ ਐਕਸ਼ਨ ਸਾਡੇ ਲਈ ਹੋਰ ਵੀ ਜ਼ਿਆਦਾ ਪ੍ਰੋਬਲਮ ਕ੍ਰੀਏਟ ਕਰ ਰਹੇ ਨੇ, ਤਾਂ ਉਦੋਂ ਅਸੀਂ ਕਹਿ ਸਕਦੇ ਹਾਂ ਕਿ ਅਸੀਂ ਮਨੋਵਿਗਿਆਨਿਕ ਜਿਹੜੇ ਰੋਗ ਨੇ, ਮਨੋਰੋਗ ਨੇ, ਉਹਨਾਂ ਦੇ ਨੇੜੇ ਜਾ ਰਹੇ ਹਾਂ, ਉਹਨਾਂ ਦਾ ਬੇਸ ਬਣ ਰਿਹਾ, ਜਾਂ ਉਹ ਜਿਹੇ ਸਿੰਪਟਮ ਸਾਨੂੰ ਆਉਣੇ ਸਟਾਰਟ ਹੋ ਜਾਂਦੇ ਨੇ। ਜੀ ਮੈਮ, ਜੇ ਮੈਂ ਔਰਤਾਂ ਦੀ ਜ਼ਿੰਦਗੀ ਦੀ ਗੱਲ ਕਰਾਂ ਤਾਂ ਕੀ ਕੁਝ ਖਾਸ ਸਮਾਂ ਜਿਹੜਾ ਹੈ ਉਹਨਾਂ ਦੇ ਜੀਵਨ ਕਾਲ ਦੇ ਵਿੱਚ ਅਜਿਹਾ ਹੁੰਦਾ ਹੈ ਜਦੋਂ ਉਹਨਾਂ ਨੂੰ ਖਾਸ ਤੌਰ 'ਤੇ ਜ਼ਰੂਰਤ ਹੁੰਦੀ ਹੈ ਕਿ ਉਹ ਸਰੀਰਕ ਸਿਹਤ ਦੇ ਨਾਲ ਮਾਨਸਿਕ ਸਿਹਤ ਦਾ ਵੀ ਧਿਆਨ ਰੱਖਣ, ਜਾਂ ਸੰਭਾਵਨਾਵਾਂ ਹੁੰਦੀਆਂ ਨੇ ਕਿ ਇਸ ਵੇਲੇ ਉਹਨਾਂ ਦੀਆਂ ਜਿਹੜੀਆਂ ਮਾਨਸਿਕ ਸਮੱਸਿਆਵਾਂ ਨੇ ਉਹ ਵੱਧ ਸਕਦੀਆਂ ਨੇ? ਜੀ ਹਾਂ, ਦੇਖੋ, ਜਦੋਂ ਬੱਚਾ ਬਚਪਨ ਦੇ ਵਿੱਚ ਹੁੰਦਾ ਤਾਂ ਅਸੀਂ ਸ਼ੁਰੂ ਤੋਂ ਦੇਖਿਆ ਕਿ ਬਚਪਨ ਦੇ ਵਿੱਚ ਉਹ ਸਿਰਫ ਗਰੋ ਕਰਦਾ ਬੋਡੀ ਵਾਈਜ਼, ਅਤੇ ਜਾਂ ਤਾਂ ਉਹਦਾ ਹਾਈਟ ਵੱਧਦੀ ਹੈ ਜਾਂ ਉਹਦਾ ਵੇਟ ਵੱਧਦਾ। ਅਤੇ ਜਦੋਂ ਬੱਚਾ ਪਿਊਬਰਟੀ 'ਚ ਪੈਂਦਾ, ਜਦੋਂ ਉਹਦੀ ਬੋਡੀ ਵਿੱਚ ਐਸੀਆਂ ਚੇਂਜਸ ਆਉਣੀਆਂ ਸਟਾਰਟ ਹੁੰਦੀਆਂ ਨੇ ਜੋ ਰਿਪਰੋਡਕਸ਼ਨ ਨੂੰ ਡੀਲ ਕਰਦੀਆਂ ਨੇ, ਜੋ ਹੁਣ ਉਹਦੀ ਕਿਸ਼ੋਰ ਅਵਸਥਾ ਵਿੱਚ ਉਹਨੂੰ ਪੈਰ ਧਰਨ ਦੇ ਕੰਮ ਆਉਣਗੀਆਂ, ਤਾਂ ਜਦੋਂ ਐਸੀਆਂ ਚੇਂਜਸ ਆਉਂਦੀਆਂ ਨੇ ਤਾਂ ਉਸ ਟਾਈਮ 'ਤੇ ਜੋ ਫੀਮੇਲ ਦੀ ਬੋਡੀ ਆ ਉਹ ਇਸ ਤਰ੍ਹਾਂ ਬਦਲਾਅ 'ਚ ਹੁੰਦੀ ਆ, ਇਸ ਤਰ੍ਹਾਂ ਦੇ ਚੇਂਜਸ ਆਉਂਦੇ ਨੇ ਜੋ ਕਿ ਕਹਿ ਲਓ ਉਹਨੂੰ ਅੰਦਰ ਤੋਂ ਪੂਰੀ ਤਰ੍ਹਾਂ ਹਿਲਾ ਦਿੰਦੇ ਨੇ ਇਮੋਸ਼ਨਲੀ। ਕਿਉਂਕਿ ਫੀਮੇਲਸ ਦੇ ਹਾਰਮੋਨਸ ਦੇ ਵਿੱਚ ਜਿਹੜੀ ਚੇਂਜਸ ਆਉਂਦੀਆਂ ਨੇ, ਇੱਕ ਤਾਂ ਉਹਨਾਂ ਨੂੰ ਪੀਰੀਅਡ ਸਟਾਰਟ ਹੋ ਜਾਂਦੇ ਉਹਨਾਂ ਟਾਈਮ ਦੇ ਵਿੱਚ, ਉਹ ਆਪਣੇ ਆਪ 'ਚ ਬਹੁਤ ਡਿਸਟ੍ਰੈਸਿੰਗ ਆ ਕਿਉਂਕਿ ਬੱਚਿਆਂ ਨੂੰ ਦੇਖੋ ਬਲੱਡ ਜਾਂ ਪੇਨ, ਇਹਨਾਂ ਸਭ ਚੀਜ਼ਾਂ ਤੋਂ ਉਹਨਾਂ ਨੂੰ ਥੋੜ੍ਹਾ ਡਿਸਗਸਟ ਫੀਲ ਹੁੰਦਾ। ਪਰ ਹੁਣ ਅੱਜ ਕੱਲ੍ਹ ਪਿਊਬਰਟੀ ਬਹੁਤ ਛੋਟੀ ਏਜ 'ਚ ਆਉਣ ਲੱਗ ਗਈ, ਤਾਂ ਬਹੁਤ ਛੋਟੀ ਏਜ 'ਚ ਬੱਚਿਆਂ ਨੂੰ ਉਹ ਸਭ ਚੀਜ਼ਾਂ ਦੇਖ ਕੇ ਉਹਨੂੰ ਡਾਈਜੈਸਟ ਕਰਨਾ ਬਹੁਤ ਡਿਫਿਕਲਟ ਆ। ਹਾਂਜੀ, ਅਤੇ ਉਸ ਤੋਂ ਬਾਅਦ ਤੁਸੀਂ ਦੇਖੋ ਉਸ ਟਾਈਮ ਦੇ ਵਿੱਚ ਉਹਨਾਂ ਨੂੰ ਸਾਈਕੋਲੋਜੀਕਲੀ ਹੈਂਡਲ ਕਰਨਾ ਬਹੁਤ ਜ਼ਰੂਰੀ ਹੈ। ਮੈਂ ਦੇਖਿਆ ਕਿ ਪੇਰੈਂਟਸ ਕਿਵੇਂ ਡੀਲ ਕਰਦੇ ਨੇ ਕਿ ਉਹ ਲੜਕੀਆਂ ਨੂੰ ਕਹਿੰਦੇ ਨੇ ਸਭ ਨੂੰ ਹੁੰਦਾ, ਸਭ ਨੂੰ ਪੇਨ ਹੁੰਦੀ ਆ, ਸਾਰਿਆਂ ਨੂੰ ਹੁੰਦਾ, ਕੋਈ ਗੱਲ ਨਹੀਂ ਤੈਨੂੰ ਵੀ ਹੋਗੀ, ਥੋੜ੍ਹਾ ਬਹੁਤ ਨੌਲੇਜ ਦੇ ਦਿੰਦੇ ਨੇ। ਇਹ ਕਿਵੇਂ? ਉਹ ਬੱਚੇ ਦੀ ਜਰਨੀ ਹੈ। ਪੇਨ ਚਾਹੇ ਸਾਰਿਆਂ ਨੂੰ ਹੁੰਦਾ ਪਰ ਪੇਨ ਇੰਡੀਵਿਜੂਅਲ ਆ, ਸਹਿਣ ਸ਼ਕਤੀ ਇੰਡੀਵਿਜੂਅਲ ਹੈ ਇਨਸਾਨ ਦੀ, ਕਿ ਕੋਈ ਕਿਸੇ ਪੇਨ ਨੂੰ ਕਿਸ ਤਰ੍ਹਾਂ ਨਾਲ ਲੈ ਰਿਹਾ। ਕਿਸੇ ਲੜਕੀ ਨੂੰ ਪੇਟ 'ਚ ਦਰਦ ਹੁੰਦਾ, ਕਿਸੇ ਲੜਕੀ ਨੂੰ ਸਾਈਕੋਲੋਜੀਕਲ ਸਿੰਪਟਮਸ ਜ਼ਿਆਦਾ ਹੁੰਦੇ ਨੇ, ਵੀ ਡਿਪਰੈਸ਼ਨ ਆਉਣ ਲੱਗ ਗਿਆ ਉਸ ਟਾਈਮ 'ਤੇ, ਜਾਂ ਕੁਛ ਹੋਰ ਐਸੇ ਰੀਜ਼ਨ ਹਾਰਮੋਨਲ ਚੇਂਜਸ ਕਰਕੇ ਕੋਈ ਹੋਰ ਪ੍ਰੋਬਲਮਸ ਆਉਣ ਲੱਗ ਗਿਆ। ਤਾਂ ਸਾਨੂੰ ਜਨਰਲਾਈਜ਼ ਨਹੀਂ ਕਰਨਾ ਚਾਹੀਦਾ, ਹਰ ਲੜਕੀ ਨੂੰ ਅਲੱਗ ਤਰੀਕੇ ਨਾਲ ਡੀਲ ਕਰਨਾ ਚਾਹੀਦਾ, ਔਰ ਸਭ ਤੋਂ ਜ਼ਿਆਦਾ ਅੱਛੇ ਤਰੀਕੇ ਨਾਲ ਡੀਲ ਕਰ ਸਕਦੇ ਨੇ ਪੈਰੈਂਟਸ ਪਲੱਸ ਟੀਚਰਸ ਵੀ, ਕਿ ਉਹਨੂੰ ਸੁਣਿਆ ਜਾਏ, ਉਹਨੂੰ ਸਮਝਾਇਆ ਜਾਏ, ਉਹਨੂੰ ਟਾਈਮ ਦਿੱਤਾ ਜਾਏ, ਸਭ ਤੋਂ ਜ਼ਿਆਦਾ ਇੰਪੋਰਟੈਂਟ ਆ। ਅਤੇ ਇਸ ਤੋਂ ਇਲਾਵਾ ਫੀਮੇਲਸ ਦੀ ਲਾਈਫ ਦੇ ਵਿੱਚ ਪ੍ਰੈਗਨੈਂਸੀ ਇੱਕ ਐਸਾ ਪੜਾਅ ਆਉਂਦਾ ਜਦੋਂ ਉਹਨੂੰ ਬਹੁਤ ਜ਼ਿਆਦਾ ਅੰਡਰਸਟੈਂਡਿੰਗ ਦੀ ਜ਼ਰੂਰਤ ਆ,
ਕਿਉਂਕਿ ਦੇਖੋ ਉਹਦੇ ਵਿੱਚ ਵੀ ਮੈਂ ਇਹ ਦੇਖਿਆ ਕਿ ਦੁਨੀਆ ਸਮਾਜ ਇਹੀ ਕਹਿੰਦਾ ਕਿ ਸਾਰੀਆਂ ਮਾਵਾਂ ਬਣਦੀਆਂ ਨੇ, ਬੱਚੇ ਸਭ ਦੇ ਪੈਦਾ ਹੁੰਦੇ ਨੇ, ਬਲਕਿ ਕੰਪੇਅਰ ਕੀਤਾ ਜਾਂਦਾ ਕਿ ਦੇਖੋ ਫਲਾਣੇ ਦੇ ਬੱਚਾ ਹੋਇਆ ਤਾਂ ਉਹ ਉੱਠ ਕੇ ਦੂਜੇ ਤੀਜੇ ਦਿਨ ਖੜੀ ਹੋ ਕੇ ਕੰਮ ਕਰਨ ਲੱਗ ਗਈ। ਹਾਂ, ਇੱਥੇ ਨਾ ਮੈਨੂੰ ਇਹ ਲੱਗਦਾ ਹੁੰਦਾ ਕਿ ਅਸੀਂ ਕਹਿੰਦੇ ਆ ਕਿ ਔਰਤਾਂ ਜਿਹੜੀਆਂ, ਔਰਤ ਦਾ ਦੂਜਾ ਜਨਮ ਹੁੰਦਾ ਮਾਂ ਬਣਨ ਤੋਂ ਬਾਅਦ, ਹੈ ਨਾ, ਪਰ ਅਸੀਂ ਸਵੀਕਾਰਦੇ ਨਹੀਂ ਜਾਂ ਅਸੀਂ ਇਹਨੂੰ ਮੰਨਦੇ ਨਹੀਂ ਹੈਗੇ ਵੀ ਇਸ ਤਰ੍ਹਾਂ ਹੁੰਦਾ, ਹੈ ਨਾ। ਤਾਂ ਬਿਲਕੁਲ ਕਿ ਉਹ ਵੀ ਇੱਕ ਬਹੁਤ ਜਿਹੜਾ ਹੈ ਮਾਨਸਿਕ ਤੌਰ 'ਤੇ ਵੀ ਸਾਨੂੰ ਸੰਭਾਲਣ ਦੀ ਉਸ ਵੇਲੇ ਜ਼ਰੂਰਤ ਹੁੰਦੀ ਹੈ। ਬਿਲਕੁਲ, ਕਿਉਂਕਿ ਦੇਖੋ ਪ੍ਰੈਗਨੈਂਸੀ ਤੋਂ ਬਾਅਦ ਪੋਸਟਮਾਰਟਮ ਡਿਪਰੈਸ਼ਨ ਆਉਣ ਦੇ ਚਾਂਸਸ ਬਹੁਤ ਹਾਈ ਹੁੰਦੇ ਨੇ। ਉਹ ਹਾਰਮੋਨਲ ਚੇਂਜਸ ਕਰਕੇ ਹੁੰਦਾ, ਲੇਕਿਨ ਜਦੋਂ ਉਹ ਆਉਂਦਾ ਉਸ ਟਾਈਮ ਸਭ ਤੋਂ ਜ਼ਿਆਦਾ ਫੀਮੇਲ ਨੂੰ ਫੈਮਿਲੀ ਦੀ ਜ਼ਰੂਰਤ ਹੁੰਦੀ ਆ। ਪ੍ਰੋਬਲਮ ਕੀ ਹੁੰਦੀ ਆ, ਸਭ ਤੋਂ ਪਹਿਲਾਂ ਸਾਰੇ ਰੌਲਾ ਪਾ ਰਹੇ ਹੁੰਦੇ ਨੇ ਬੱਚਾ ਪੈਦਾ ਕਰੋ, ਅਸੀਂ ਸੰਭਾਲਾਂਗੇ। ਜਦੋਂ ਬੱਚੇ ਦੀ ਪੈਦਾਇਸ਼ ਹੋ ਜਾਂਦੀ ਆ ਤਾਂ ਸਿਰਫ ਮਾਂ ਦੀ ਗੋਦੀ 'ਚ ਰਹਿੰਦਾ, ਠੀਕ ਹੈ। ਜਦੋਂ ਮਾਂ ਦੀ ਗੋਦੀ ਵਿੱਚ ਰਹਿੰਦਾ ਤਾਂ ਉਹ ਜਿਹੜੀ ਪਹਿਲੀ ਐਡਜਸਟਮੈਂਟ ਆ ਬੱਚੇ ਨੂੰ ਫੀਡ ਕਰਨ ਦੀ, ਬੱਚੇ ਨੂੰ ਫੜਨ ਦੀ, ਜਾਂ ਮਾਂ ਨੇ ਕੁਝ ਆਪਣਾ, ਮਾਂ ਦੀ ਰਾਤ ਦੀਆਂ ਨੀਂਦਾਂ ਗਾਇਬ ਹੋ ਜਾਂਦੀਆਂ ਨੇ, ਉਹਦਾ ਖਾਣਾ ਪੀਣਾ ਨਹੀਂ ਠੀਕ ਰਹਿੰਦਾ, ਤਾਂ ਇਹ ਸਭ ਚੀਜ਼ਾਂ ਨੂੰ ਹੈਂਡਲ ਕਰਦੇ ਕਰਦੇ ਉਹਦੇ ਵਿੱਚੋਂ ਡਿਪਰੈਸ਼ਨ ਦੇ ਸਿੰਪਟਮਸ ਆਉਣੇ ਸਟਾਰਟ ਹੋ ਜਾਂਦੇ ਹਾਰਮੋਨਲ ਚੇਂਜਸ ਕਰਕੇ। ਅਤੇ ਇਨ ਬਿਟਵੀਨ ਅਗਰ ਉਹ 'ਤੇ ਕੋਈ ਪ੍ਰੈਸ਼ਰ ਆ, ਬਾਈ ਚਾਂਸ ਵਰਕ ਪ੍ਰੈਸ਼ਰ ਜਾਂ ਘਰ ਦਾ ਪ੍ਰੈਸ਼ਰ, ਵੀ ਘਰ ਦੇ ਹੋਰ ਕੰਮ ਵੀ ਕਰਨੇ ਨੇ, ਅਤੇ ਬਹੁਤ ਬੜੀ ਜ਼ਿਆਦਤੀ ਆ ਉਸ ਟਾਈਮ ਦੇ ਵਿੱਚ। ਤਾਂ ਇਸ ਟਾਈਮ ਦੇ ਵਿੱਚ ਉਹ ਰੋਲ ਪਲੇ ਕਰਦੀ ਹੈ ਸਾਈਕੋਲੋਜੀਕਲ ਡਿਸਆਰਡਰਸ ਨੂੰ ਵਧਾਉਣ ਦੇ ਲਈ। ਮਤਲਬ ਇਸ ਵੇਲੇ ਵੀ ਸਾਨੂੰ ਖਾਸ ਤੌਰ 'ਤੇ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ ਨਾ। ਹਾਂਜੀ। ਅੱਛਾ ਮੈਮ, ਜਦੋਂ ਮੰਨ ਲਓ ਕਿ ਕਿਸੇ ਬੰਦੇ ਨੂੰ ਕੋਈ ਮਾਨਸਿਕ ਸਮੱਸਿਆ ਸ਼ੁਰੂ ਹੋ ਗਈ, ਇਲਾਜ ਬਾਅਦ ਦਾ ਪ੍ਰੋਸੈਸ ਹੈ, ਕਿਵੇਂ ਪਤਾ ਚੱਲਦਾ ਹੈ ਕਿ ਜੇ ਮੰਨ ਲਓ ਕਿ ਮੈਂ ਖੁਦ ਦੀ ਗੱਲ ਕਰਾਂ ਤਾਂ ਸਾਨੂੰ ਕਿਵੇਂ ਪਤਾ ਚੱਲੇਗਾ ਕਿ ਅਸੀਂ ਇਸ ਵੇਲੇ ਸਾਨੂੰ ਕਾਉਂਸਲਿੰਗ ਦੀ ਜ਼ਰੂਰਤ ਹੈ ਜਾਂ ਸਾਨੂੰ ਡਾਕਟਰੀ ਸਲਾਹ ਦੀ ਜ਼ਰੂਰਤ ਹੈ? ਦੇਖੋ ਰਣਦੀਪ, ਕਿ ਮੈਂ ਤੁਹਾਨੂੰ ਪਹਿਲਾਂ ਇੱਕ ਚੀਜ਼ ਐਕਸਪਲੇਨ ਕੀਤੀ ਆ ਕਿ ਜੋ ਸਾਡੀ ਮਾਨਸਿਕ ਸਿਹਤ ਆ ਉਹ 3 ਹਿੱਸਿਆਂ ਤੋਂ ਬਣੀ ਹੋਈ ਆ ਜੀ। ਹੁਣ ਐਕਚੁਅਲੀ ਕਿਆ ਹੈ ਕਿ ਜੋ ਸਾਡਾ ਮੂਡ ਹੈ ਉਹ ਜਨਮ ਤੋਂ ਸਾਡੇ ਨਾਲ ਆ। ਯੂ ਨੋ ਕਿ ਅਸੀਂ ਖੁਸ਼ ਵੀ ਹੁੰਦੇ ਹਾਂ, ਅਸੀਂ ਦੁਖੀ ਵੀ ਹੁੰਦੇ ਹਾਂ, ਗੁੱਸੇ 'ਚ ਵੀ ਹੁੰਦੇ ਹਾਂ, ਡਿਸਗਸਟਡ ਵੀ ਫੀਲ ਕਰਦੇ ਹਾਂ ਜਾਂ ਡਰੇ ਹੋਏ ਹੁੰਦੇ ਹਾਂ। ਹੁਣ ਸ਼ੁਰੂ ਤੋਂ ਅਸੀਂ ਇਮੋਸ਼ਨਸ ਨੂੰ ਫੀਲ ਕਰਦੇ ਆ ਰਹੇ ਹਾਂ, ਲੇਕਿਨ ਪ੍ਰੋਬਲਮ ਉੱਥੇ ਆਉਂਦੀ ਹੈ ਜਦੋਂ ਅਸੀਂ ਇਹ 'ਤੇ ਕਿਤੇ ਨਾ ਕਿਤੇ ਸਟਕ ਹੋ ਜਾਈਏ, ਜਦੋਂ ਸਾਡੇ ਅੰਦਰ ਕੋਈ ਇਮੋਸ਼ਨੈਲਿਟੀ ਇਸ ਤਰ੍ਹਾਂ ਦੀ ਜਾਗੇ, ਕੋਈ ਮੂਡ ਵਿੱਚ ਇੰਨਾ ਜ਼ਿਆਦਾ ਕਹਿ ਲਓ ਐਕਸੈਸਿਵ ਮੂਡ ਅਸੀਂ ਕੋਈ ਐਕਸਪੀਰੀਅੰਸ ਕਰ ਲਈਏ ਅਤੇ ਉੱਥੇ ਅਸੀਂ ਸਟਕ ਹੋ ਜਾਈਏ ਅਤੇ ਸਾਡੇ ਵਿਚਾਰ ਵੀ ਉੱਥੇ ਸਟਕ ਹੋ ਜਾਣ। ਤਾਂ ਜੇ ਕੁਝ ਟਾਈਮ ਲਿਮਿਟ ਤੱਕ ਅਸੀਂ ਉਸੇ ਸਥਿਤੀ ਵਿੱਚ ਰਹਿੰਦੇ ਹਾਂ ਜੀ, ਤਾਂ ਫੋਰ ਐਗਜ਼ਾਮਪਲ 1 ਮਹੀਨਾ ਹੋ ਚੁੱਕਿਆ ਅਤੇ ਹੁਣ ਇੱਕ ਇਨਸਾਨ ਨੂੰ ਜੋ ਪੇਸ਼ੈਂਟ ਆ ਜਾਂ ਹਾਲੇ ਡਾਇਗਨੋਜ਼ ਨਹੀਂ ਹੋਇਆ, ਉਹਨੂੰ ਨੀਂਦ ਨਹੀਂ ਆ ਰਹੀ ਜਾਂ ਉਹਨੂੰ ਖਾਣਾ ਪੀਣਾ ਸਹੀ ਨਹੀਂ ਖਾ ਰਿਹਾ ਜਾਂ ਫਿਰ ਉਹਦਾ ਮਨ ਉਦਾਸ ਰਹਿੰਦਾ, ਉਚਾਟ ਰਹਿੰਦਾ, ਉਹਨੂੰ ਕੁਝ ਕਰਨ ਦਾ ਜੀਅ ਨਹੀਂ ਕਰਦਾ, ਤਾਂ ਜੋ DSM-5 ਕ੍ਰਾਈਟੀਰੀਆ APA ਦੇ ਥਰੂ ਜਾਰੀ ਕੀਤਾ ਹੋਇਆ, ਉਹਦੇ ਵਿੱਚ ਹਰ ਡਿਸਆਰਡਰ ਦੀ ਨਾ ਇੱਕ ਡਾਇਗਨੋਸਿਸ ਦੀ ਇੱਕ ਲਿਮਿਟ ਆ ਕਿ ਟਾਈਮ ਲਿਮਿਟ ਆ ਕਿ ਇੰਨੇ ਟਾਈਮ ਤੱਕ ਅਗਰ ਬੰਦਾ ਫੋਰ ਐਗਜ਼ਾਮਪਲ 1 ਮਹੀਨੇ ਤੱਕ, 20 ਦਿਨਾਂ ਤੱਕ, 15 ਦਿਨਾਂ ਤੱਕ ਕੁਛ ਨਾ ਕੁਛ ਐਕਸਪੀਰੀਅੰਸ ਕਰਦਾ ਤਾਂ ਉਹਨੂੰ ਡਾਇਗਨੋਸਿਸ ਦੀ ਲੋੜ ਆ। ਲੇਕਿਨ ਕਿਉਂਕਿ APA ਬਾਰੇ ਹਰ ਕਿਸੇ ਨੂੰ ਨਹੀਂ ਪਤਾ, ਤਾਂ ਕਾਮ ਇਨਸਾਨ ਆ ਅਗਰ ਉਹ ਦੇਖ ਪਾ ਰਿਹਾ, ਕਿਉਂਕਿ ਹਰ ਕਿਸੇ ਨੂੰ ਆਪਣੇ ਬਾਰੇ ਪਤਾ ਹੈ, ਅਗਰ ਇਹ ਸੋਚ ਪਾ ਰਹੇ ਕਿ ਹੁਣ ਮੇਰੇ ਵਿਚਾਰ ਹਾਵੀ ਹੁੰਦੇ ਜਾ ਰਹੇ ਨੇ ਜਾਂ ਮੇਰੀਆਂ ਭਾਵਨਾਵਾਂ ਹਾਵੀ ਹੁੰਦੀਆਂ ਜਾ ਰਹੀਆਂ ਨੇ ਅਤੇ ਮੇਰੀ ਰੂਟੀਨ ਦੇ ਵਿੱਚ ਜੋ ਰੋਜ਼ਮर्रा ਦੀਆਂ ਐਕਟੀਵਿਟੀਜ਼ ਨੇ ਹੁਣ ਉਹਨਾਂ 'ਤੇ ਅਸਰ ਬਹੁਤ ਜ਼ਿਆਦਾ ਪੈਣ ਲੱਗ ਗਿਆ, ਉਸ ਟਾਈਮ ਤੱਕ ਮਤਲਬ ਡਾਇਗਨੋਸਿਸ ਜ਼ਰੂਰੀ ਹੈ। ਅਸੀਂ ਕਹਿ ਸਕਦੇ ਹਾਂ ਕਿ ਅਸੀਂ ਹੁਣ ਡਿਸਆਰਡਰਸ ਵੱਲ ਵੱਧ ਰਹੇ ਹਾਂ। ਮੈਮ, ਤੁਸੀਂ ਖਾਣ ਪੀਣ ਦੀ ਗੱਲ ਕੀਤੀ, ਕੀ ਸਾਡੇ ਖਾਣ ਪੀਣ ਦੇ ਨਾਲ ਵੀ ਸਾਡੀ ਮਾਨਸਿਕ ਸਿਹਤ ਜੁੜੀ ਹੋਈ ਹੈ? ਕਿਉਂਕਿ ਅਕਸਰ ਨਾ ਇਹ ਕਿਹਾ ਜਾਂਦਾ ਹੈ ਕਿ ਜੇ ਅਸੀਂ ਫਾਸਟ ਫੂਡ ਜ਼ਿਆਦਾ ਖਾਂਦੇ ਹਾਂ ਤਾਂ ਉਹਦੇ ਨਾਲ ਵੀ ਜਿਹੜੀਆਂ ਸਮੱਸਿਆਵਾਂ ਨੇ ਮਾਨਸਿਕ ਤੌਰ 'ਤੇ ਉਹ ਵੱਧਦੀਆਂ ਨੇ। ਬਿਲਕੁਲ, ਦੇਖੋ ਅਸੀਂ ਸ਼ੁਰੂ ਤੋਂ ਜਿੰਨੀਆਂ ਵੀ ਸਾਡੇ ਪੂਰਵਜ ਸੀਗੇ ਉਹ ਸਾਨੂੰ ਬਹੁਤ ਦੇਸੀ ਖਾਣਾ, ਜੋ ਸਾਡਾ ਰੀਜਨਲ ਔਰ ਜੋ ਸਾਡਾ ਕਹਿ ਲਓ ਸੀਜ਼ਨਲ ਫੂਡ ਹੁੰਦਾ, ਉਹੀ ਖਾਣ ਲਈ ਕਹਿੰਦੇ ਸੀਗੇ ਅਤੇ ਉਹਨਾਂ ਨੂੰ ਕਦੇ ਕੋਈ ਸਾਈਕੋਲੋਜੀਕਲ ਡਿਸਆਰਡਰਸ ਐਵੇਂ ਜਿੰਨੇ ਅੱਜ ਕੱਲ੍ਹ ਨੇ ਉਵੇਂ ਉਹ ਪਹਿਲਾਂ ਨਹੀਂ ਹੁੰਦੇ ਸੀਗੇ। ਤਾਂ ਨਿਊਟ੍ਰੀਸ਼ਨ ਤਾਂ ਬਹੁਤ ਇੰਪੋਰਟੈਂਟ ਆ। ਸਭ ਤੋਂ ਜ਼ਿਆਦਾ ਓਮੇਗਾ-3 ਜੋ ਫੈਟੀ ਜੋ ਪ੍ਰੋਡਕਟਸ ਨੇ ਉਹਨਾਂ ਵਿੱਚ ਸਭ ਤੋਂ ਜ਼ਿਆਦਾ ਨਿਊਟ੍ਰੀਸ਼ਨ ਆ ਬ੍ਰੇਨ ਨੂੰ ਲੈ ਕੇ, ਬ੍ਰੇਨ ਬੂਸਟਰਸ ਨੇ ਉਹ। ਅਤੇ ਤੁਸੀਂ ਦੇਖੋ ਡਾਰਕ ਗ੍ਰੀਨ ਲੀਫੀ ਵੈਜੀਟੇਬਲਸ ਹੋਣਗੀਆਂ ਜਿਹੜੀਆਂ,
या फिर कह लो नट्स ने, अपने अखरोट हो गए, बादाम हो गए, ये सारे दिमाग ਨੂੰ लेके या फिर अपने ਸਾਨੂੰ ठीक ਰੱਖਣ ਦੇ ਲਈ बहुत ज़्यादा ਜ਼ਰੂਰੀ ਨੇ। पर जिथे ਤੁਸੀਂ फास्ट फूड ਦੀ ਗੱਲ ਕੀਤੀ ਹੈ ਤਾਂ रिसर्च ਇਹ ਕਹਿੰਦੀ ਆ कि फास्ट फूड ਦੀ ਕੰਜ਼ੰਪਸ਼ਨ ਜੇ ਜ਼ਿਆਦਾ ਹੈ ਕਿਸੇ ਇਨਸਾਨ ਦੇ ਵਿੱਚ ਤਾਂ ਹਾਈ ਚਾਂਸਸ ਨੇ ਕਿ ਉਹਨੂੰ ਡਿਸਟ੍ਰੈਸ ਹੋਵੇ, ਵੈਰੀ ਹਾਈ ਚਾਂਸਸ, ਜਾਂ ਐਂਗਜ਼ਾਇਟੀ ਹੋਵੇ। ਹੁਣ ਦੋਨਾਂ ਦੇ ਇੱਕ ਅਲੱਗ-ਅਲੱਗ ਰੀਜ਼ਨ ਨੇ। ਡਿਸਟ੍ਰੈਸ ਕਿਉਂ ਹੁੰਦਾ? ਕਿਉਂਕਿ ਜਿਹੜੇ ਸਾਡੇ ਹਾਰਮੋਨਸ ਨੇ ਉਹ ਉਹਨਾਂ ਨੂੰ ਨਿਊਟ੍ਰੀਸ਼ਨ ਲਿੰਕ ਕਰਦਾ, ਤੇ ਅਸੀਂ ਦੇਖਿਆ ਕਿ ਫਾਸਟ ਫੂਡ ਵਿੱਚ ਨਿਊਟ੍ਰੀਸ਼ਨ ਦੀ ਤਾਂ ਕਮੀ ਆ, ਉਹ ਸਿਰਫ ਪੇਟ ਭਰਦੇ ਨੇ ਤੇ ਉਹ ਬਲਾਈਂਡ, ਉਹ ਇੱਕ ਤਰ੍ਹਾਂ ਮਾਈਂਡ ਦੇ ਵਿੱਚ ਜਾ ਕੇ ਇਸ ਤਰ੍ਹਾਂ ਅਸਰ ਕਰਦੇ ਨੇ ਕਿ ਬੰਦੇ ਦੀ ਵਰਕਿੰਗ ਸਲੋ ਹੋ ਜਾਂਦੀ ਹੈ ਥੋੜ੍ਹੀ ਦੇਰ ਲਈ। ਤੁਸੀਂ ਦੇਖਿਆ ਹੋਏਗਾ ਫਾਸਟ ਫੂਡ ਖਾਣ ਤੋਂ ਬਾਅਦ ਲੋਕਾਂ ਨੂੰ ਨੀਂਦ ਆਉਣ ਲੱਗ ਜਾਂਦੀ ਆ, ਸਲੋ ਹੋ ਜਾਂਦੀ ਹੈ ਬੋਡੀ। ਤਾਂ ਸੈਕਿੰਡ ਚੀਜ਼ ਕੀ ਹੈ, ਐਂਗਜ਼ਾਇਟੀ ਦਾ ਪ੍ਰੋਬਲਮ ਆ ਜਾਂਦੀ ਆ। ਹੁਣ ਕੀ ਹੈ ਕਿ ਜਿਹੜਾ ਫਾਸਟ ਫੂਡ ਆ ਉਹ ਇਸ ਤਰ੍ਹਾਂ ਦਾ ਬਣਿਆ ਹੋਇਆ ਕਿ ਤੁਹਾਨੂੰ ਐਸਿਡ ਰਿਫਲਕਸ ਫੀਲ ਹੁੰਦਾ ਇੱਕਦਮ, ਕਿ ਖਾ ਕੇ ਤੁਹਾਨੂੰ ਐਵੇਂ ਨਹੀਂ ਹੋਏਗਾ ਕਿ ਤੁਸੀਂ ਅੰਦਰ ਤੋਂ ਸ਼ਾਂਤ ਹੋ। ਐਸਿਡਿਕ ਹੁੰਦਾ ਉਹ, ਤੇ ਜਿਹਨੂੰ ਐਸਿਡ ਰਿਫਲੈਕਸ ਫੀਲ ਹੋਏਗਾ ਤਾਂ ਉਹਨੂੰ ਐਂਗਜ਼ਾਇਟੀ ਹੋਏਗੀ ਉਸ ਟਾਈਮ 'ਤੇ। ਤਾਂ ਅਸੀਂ ਕਹਿ ਸਕਦੇ ਕਿ ਕੋਈ ਰੈਗੂਲਰਲੀ ਇਹ ਚੀਜ਼ ਨੂੰ ਐਕਸਪੀਰੀਅੰਸ ਕਰ ਰਿਹਾ ਬੋਡੀ ਦੇ ਵਿੱਚ, ਐਂਗਜ਼ਾਇਟੀ ਨੂੰ ਰੈਗੂਲਰਲੀ ਕਰ ਰਿਹਾ, ਤਾਂ ਉਹਨੂੰ ਐਂਗਜ਼ਾਇਟੀ ਡਿਸਆਰਡਰ ਹੋਣ ਦੇ ਚਾਂਸਸ ਨੇ। ਜਿਹਨੂੰ ਡਿਸਟ੍ਰੈਸ ਫੀਲ ਹੋ ਰਿਹਾ ਖਾ ਕੇ, ਤਾਂ ਜੇ ਉਹ ਕੰਟੀਨਿਊਸਲੀ ਉਸ ਚੀਜ਼ ਨੂੰ ਕੰਜ਼ਿਊਮ ਕਰ ਰਿਹਾ ਤਾਂ ਉਹਨੂੰ ਉਸ ਦੇ ਚਾਂਸਸ ਵੱਧ ਜਾਣਗੇ, ਕਿਉਂਕਿ ਨਿਊਟ੍ਰੀਸ਼ਨ ਨਹੀਂ ਜਾ ਰਿਹਾ। ਜੀ ਅੱਛਾ, ਕਈ ਵਾਰ ਨਾ ਇਹ ਹੁੰਦਾ ਕਿ ਅਸੀਂ ਬਹੁਤ ਜ਼ਿਆਦਾ ਸੋਚਣਾ ਸ਼ੁਰੂ ਕਰ ਦਿੰਦੇ ਹਾਂ, ਓਵਰ ਥਿੰਕਿੰਗ ਕਰਦੇ ਹਾਂ ਕਿ ਮੰਨ ਲਓ ਕੋਈ ਗੱਲ ਹੋਈ ਹੈ ਨਾ, ਗੱਲ ਛੋਟੀ ਜਿੰਨੀ ਆ, ਅਸੀਂ ਉਹਨੂੰ ਆਪਣੇ ਮਨ ਦੇ ਵਿੱਚ ਹੀ ਇੰਨਾ ਬਣਾ ਲੈਂਦੇ ਹਾਂ ਕਿ ਜੇ ਇੱਦੋਂ ਬਾਅਦ ਇੱਦਾਂ ਹੋ ਗਿਆ ਜਾਂ ਫਿਰ ਗਾਂਹ ਕੁਝ ਹੋ ਗਿਆ, ਆਏ ਨਾ ਹੋ ਜੇ, ਇਹ ਨਾ ਹੋ ਜੇ, ਹੈ ਨਾ। ਗੱਲ ਹਲੇ ਉੱਥੇ ਖੜੀ ਹੁੰਦੀ ਹੈ। ਅਸੀਂ ਆਪਣੇ ਆਪ ਹੀ ਜਦੋਂ ਸਾਨੂੰ ਰੂਟੀਨ ਦੇ ਵਿੱਚ ਜੇ ਸਾਡੀ ਆਦਤ ਬਣ ਗਈ ਕਿ ਉਸ ਗੱਲ ਨੂੰ ਅਸੀਂ ਵਧਾ ਲੈਣਾ, ਤਾਂ ਕੀ ਇਹ ਵੀ ਕਿਸੇ ਮਾਨਸਿਕ ਸਮੱਸਿਆ ਵੱਲ ਦਾ ਇਸ਼ਾਰਾ ਹੈ? ਦੇਖੋ ਇਹ ਤਾਂ ਬੇਸ ਹੈ। ਜਿਵੇਂ ਅਸੀਂ ਕਹਿ ਦਿੰਦੇ ਹਾਂ ਨਾ ਕਿ ਵੀ ਮੇਰੇ ਹੌਲ ਜਿਹਾ ਪੈਂਦਾ, ਕੁਝ ਹੋ ਨਾ ਜਾਏ, ਘਬਰਾਹਟ ਹੋ ਰਹੀ ਹੈ। ਤੁਸੀਂ ਇਹ ਦੇਖੋ ਕਿ ਜੇ ਤੁਹਾਡੇ ਥੋਟਸ ਦੀ, ਨੈਗੇਟਿਵ ਥੋਟਸ ਦੀ ਚੇਨ ਬਣ ਰਹੀ ਆ, ਤਾਂ ਤੁਸੀਂ ਕਦੇ ਨੋਟਿਸ ਕਰੋ ਚੇਨ ਸਿਰਫ ਉਦੋਂ ਬਣੂਗੀ ਜੇ ਤੁਸੀਂ ਬੈਠੇ ਹੋਵੋਗੇ ਜਾਂ ਤੁਸੀਂ ਲੇਟ ਜਾਓਗੇ। ਇਹਦਾ ਮਤਲਬ ਕੀ ਹੋ ਗਿਆ ਕਿ ਤੁਹਾਨੂੰ ਇੱਕ ਥਾਟ ਆਇਆ, ਉਹਨੇ ਤੁਹਾਨੂੰ ਡਰਾਤਾ, ਤੁਸੀਂ ਡਰ ਗਏ ਤੇ ਡਰ ਕੇ ਤੁਸੀਂ ਬੈਠ ਗਏ, ਕਿਉਂਕਿ ਡਰ ਕੇ ਸਭ ਤੋਂ ਕੰਮ ਨਹੀਂ ਹੁੰਦਾ, ਸਾਡੀ ਬਾਡੀ ਦੀ ਐਕਟੀਵਿਟੀ ਸਲੋ ਹੋ ਜਾਂਦੀ ਆ। ਹੁਣ ਬੈਠ ਗਏ, ਬੈਠ ਕੇ ਉਸੇ ਥਾਟ 'ਤੇ ਅਸੀਂ ਫੋਕਸ ਕਰ ਲਿਆ, ਫਿਰ ਉਹ ਤੋਂ ਅਗਲਾ ਥਾਟ, ਉਸ ਤੋਂ ਅਗਲਾ ਥਾਟ। ਇਹਦਾ ਮਤਲਬ ਸਾਰੀਆਂ ਚੀਜ਼ਾਂ ਇੰਟਰਕਨੈਕਟਡ ਨੇ ਜੀ, ਸਾਡੇ ਇਮੋਸ਼ਨਸ ਵੀ, ਸਾਡੀ ਐਕਟੀਵਿਟੀ ਵੀ, ਸਾਡੇ ਥਾਟਸ ਵੀ। ਤੇ ਜਿਹੜੇ ਤੁਸੀਂ ਥਾਟਸ ਦੀ ਗੱਲ ਕੀਤੀ ਹੈ ਕਿ ਹਾਂ ਇਹਦੀ ਚੇਨ ਬਣ ਰਹੀ ਆ ਤੇ ਸਾਨੂੰ ਇਹ ਡਰਾ ਰਹੀ ਹੈ ਤੇ ਸਾਈਕੋਲੋਜੀਕਲ ਡਿਸਆਰਡਰਸ ਵੱਲ ਇਸ਼ਾਰਾ ਹੈ, ਹਾਂਜੀ ਇਹ ਇਸ਼ਾਰਾ ਹੈ, ਇਹ ਬੇਸ ਹੈ। ਸਭ ਤੋਂ ਪਹਿਲਾਂ ਸਾਡੇ ਵਿਚਾਰਾਂ ਦੀ ਜਿਹੜੀ ਟ੍ਰੇਨ ਹੈ ਉਹਦੇ ਵਿੱਚ ਸਾਨੂੰ ਕੱਟ ਆਫ ਕਰਨਾ ਬਹੁਤ ਜ਼ਰੂਰੀ ਆ। ਜੇ ਸਾਡੇ ਕੋਲ ਡਿਸਟਰੈਕਸ਼ਨ ਨਹੀਂ ਹੈਗੀ ਤਾਂ ਇਹ ਬਹੁਤ ਬੜੀ ਪ੍ਰੋਬਲਮ ਆ। ਸਾਰੇ ਡਿਸਆਰਡਰਸ ਦੇ ਵਿੱਚ ਥਾਟ ਪ੍ਰੋਸੈਸ ਬਹੁਤ ਇੰਪੋਰਟੈਂਸ ਰੱਖਦਾ ਜੀ। ਜੇ ਤੁਹਾਨੂੰ ਹੁਣ ਬਾਈ ਚਾਂਸ ਇੱਥੇ ਬੈਠ ਕੇ ਕੋਈ ਨੈਗੇਟਿਵ ਥਾਟ ਆਉਂਦਾ, ਦੂਜਾ ਥਾਟ ਉਸ ਤੋਂ ਵੀ ਭਿਆਨਕ ਆਉਂਦਾ, ਤੀਸਰੇ ਥਾਟ 'ਤੇ ਜੇ ਤੁਸੀਂ ਕੋਈ ਡਿਸਟਰੈਕਸ਼ਨ ਯੂਜ਼ ਨਹੀਂ ਕਰ ਰਹੇ, ਇਹਦਾ ਮਤਲਬ ਤੁਹਾਡੇ 'ਤੇ ਆਲਰੇਡੀ ਇੰਪੈਕਟ ਹੈਗਾ ਪਹਿਲਾਂ ਹੀ ਬਹੁਤ। ਇੱਕ ਨੋਰਮਲ ਇਨਸਾਨ ਮਤਲਬ ਤੀਸਰੇ ਜਾਂ ਚੌਥੇ ਥਾਟ ਤੱਕ ਆਉਂਦੇ ਡਿਸਟਰੈਕਸ਼ਨ ਯੂਜ਼ ਕਰ ਲੈਂਦਾ ਕੋਈ ਨਾ ਕੋਈ ਜੀ। ਕੀ ਅਜਿਹਾ ਵੀ ਹੁੰਦਾ ਕਿ ਕਿਸੇ ਖਾਸ ਮੌਸਮ ਦੇ ਵਿੱਚ, ਜਿਵੇਂ ਕਈ ਲੋਕਾਂ ਨੂੰ ਨਾ ਅਸੀਂ ਕਹਿੰਦੇ ਕਿ ਸੀਜ਼ਨਲ ਡਿਪਰੈਸ਼ਨ ਹੁੰਦਾ, ਜਿਵੇਂ ਮੌਸਮ ਦਾ ਵੀ ਮਾਨਸਿਕ ਸਿਹਤ ਦੇ ਨਾਲ ਕੋਈ ਸੰਬੰਧ ਹੁੰਦਾ ਕਿ ਕਿਸੇ ਖਾਸ ਮੌਸਮ ਦੇ ਵਿੱਚ ਹੀ ਸਾਨੂੰ ਇਹ ਸਮੱਸਿਆਵਾਂ ਹੋ ਸਕਦੀਆਂ ਨੇ? ਹਾਂਜੀ ਰਣਦੀਪ, ਕਿਉਂਕਿ ਇੱਕ ਡਿਸਆਰਡਰ ਆ, ਉਹਦਾ ਨਾਮ ਹੈ ਸੀਜ਼ਨਲ ਅਫੈਕਟਿਵ ਡਿਸਆਰਡਰ, ਜੋ ਕਿ ਫਾਲ ਦੇ ਸੀਜ਼ਨ ਦੇ ਵਿੱਚ ਆਉਂਦਾ। ਮਤਲਬ ਜਦੋਂ ਅਸੀਂ ਸ਼ਿਫਟ ਕਰਦੇ ਹਾਂ ਸਰਦੀਆਂ ਤੋਂ ਗਰਮੀਆਂ ਵਾਲੀ ਸਾਈਡ ਜਾਂ ਸਰਦੀਆਂ ਦੇ ਵਿੱਚ, ਉਸ ਟਾਈਮ ਪੀਰੀਅਡ ਦੇ ਵਿੱਚ ਅਸੀਂ ਹਾਰਮੋਨਲ ਚੇਂਜਸ ਇਸ ਤਰ੍ਹਾਂ ਦੇ ਐਕਸਪੀਰੀਅੰਸ ਕਰ ਰਹੇ ਹੁੰਦੇ ਹਾਂ ਕਿ ਜੋ ਸਾਡੇ ਐਸੇ ਹਾਰਮੋਨ ਜੋ ਸਾਨੂੰ ਖੁਸ਼ ਰੱਖਦੇ ਨੇ ਜਾਂ ਐਕਟਿਵ ਰੱਖਦੇ ਨੇ, ਉਹਨਾਂ ਦੇ ਵਿੱਚ ਨੈਚੁਰਲੀ ਕਮੀ ਹੋਣੀ ਸਟਾਰਟ ਹੋ ਜਾਂਦੀ ਹੈ। ਉਹਦੇ ਪਿੱਛੇ ਰੀਜ਼ਨ ਇਹ ਹੁੰਦਾ ਕਿ ਸਨਲਾਈਟ ਦੀ ਕਮੀ ਹੋ ਜਾਂਦੀ ਹੈ, ਕਿਉਂਕਿ ਸੂਰਜ ਦੀ ਰੋਸ਼ਨੀ ਸਾਨੂੰ ਨੈਚੁਰਲੀ ਇਸ ਸਰਦੀਆਂ ਦੇ ਵਿੱਚ ਸਪੈਸ਼ਲੀ ਸੂਰਜ ਦੀ ਰੋਸ਼ਨੀ ਸਾਨੂੰ ਇਸ ਤਰ੍ਹਾਂ ਨਾਲ ਵਰਕ ਕਰਦੀ ਹੈ ਕਿ ਸਾਨੂੰ ਐਨਰਜਾਈਜ਼ ਕਰਦੀ ਆ। ਸੈਕਿੰਡ ਚੀਜ਼ ਕਿ ਸਾਡੀ ਸਰਦੀਆਂ 'ਚ ਐਕਟੀਵਿਟੀ ਘਟੀ ਹੋਈ ਹੁੰਦੀ ਆ, ਅਸੀਂ ਨਿੱਘ ਦੇ ਤੌਰ 'ਤੇ ਅਸੀਂ ਕਿਤੇ ਬਹਿ ਜਾਈਏ ਤਾਂ ਬੈਠੇ ਹੀ ਰਹਿੰਦੇ ਹਾਂ, ਤਾਂ ਐਕਸਰਸਾਈਜ਼ ਦੀ ਕਮੀ ਹੋ ਜਾਂਦੀ ਆ।
ਥਰਡ ਥਿੰਗ ਕੀ ਹੈ ਕਿ ਅਸੀਂ ਕਾਰਬਸ ਜ਼ਿਆਦਾ ਕੰਜ਼ਿਊਮ ਕਰਨ ਲੱਗ ਜਾਂਦੇ ਹਾਂ ਉਹਨਾਂ ਦਿਨਾਂ ਦੇ ਵਿੱਚ, ਅਤੇ ਜਿਹੜੇ ਕਾਰਬਸ ਨੇ, ਜੇ ਕਾਰਬੋਹਾਈਡਰੇਟਸ ਅਗਰ ਅਸੀਂ ਜ਼ਿਆਦਾ ਕੰਜ਼ਿਊਮ ਕਰਦੇ ਹਾਂ ਤਾਂ ਵੀ ਸਾਡੇ ਹਾਰਮੋਨਸ ਦੇ ਵਿੱਚ ਕਹਿ ਲਓ ਉੱਪਰ ਨੀਚੇ ਹੋ ਜਾਂਦੇ ਨੇ ਸਾਡੇ ਹਾਰਮੋਨਸ। ਤਾਂ ਇਹਨਾਂ ਸਭ ਰੀਜ਼ਨਸ ਕਰਕੇ ਉਸ ਟਾਈਮ 'ਤੇ ਸਭ ਨੂੰ ਮੂਡ ਨੂੰ ਲੈ ਕੇ ਪ੍ਰੋਬਲਮ ਆਉਂਦੀ ਹੈ। ਮੇਰੇ ਕੋਲ ਕਈ ਕਲਾਇੰਟਸ ਉਸ ਟਾਈਮ ਆਉਂਦੇ ਨੇ ਜੋ ਕਹਿੰਦੇ ਸਾਡਾ ਜੀ ਨਹੀਂ ਲੱਗ ਰਿਹਾ ਪਰ ਸਾਨੂੰ ਰੀਜ਼ਨ ਨਹੀਂ ਪਤਾ, ਸਾਨੂੰ ਰੋਣਾ ਆ ਰਿਹਾ ਪਰ ਰੀਜ਼ਨ ਨਹੀਂ ਪਤਾ ਜੀ। ਅਤੇ ਉਹਦਾ ਰੀਜ਼ਨ ਸਿਰਫ ਇਹ ਹੁੰਦਾ ਕਿ ਸੀਜ਼ਨ ਦੇ ਵਿੱਚ ਇਫੈਕਟ ਹੋਇਆ ਵਾ, ਹੁਣ ਸੀਜ਼ਨ ਦਾ ਇੰਪੈਕਟ ਉਹਨਾਂ 'ਤੇ ਪਿਆ ਹੋਇਆ ਹੁੰਦਾ। ਅਤੇ ਇਹ ਪ੍ਰੋਬਲਮ ਉਹਨਾਂ ਨੂੰ ਜ਼ਿਆਦਾ ਘੇਰਦੀ ਹੈ ਜਿਨ੍ਹਾਂ 'ਚ ਜੀਨਸ ਹੁੰਦੇ ਨੇ ਐਵੇਂ ਦੇ ਕਿ ਡਿਪਰੈਸ਼ਨ ਹੋਣ ਦੇ, ਮਤਲਬ ਉਹਨਾਂ ਦੀ ਫੈਮਿਲੀ ਵਿੱਚ ਡਿਪਰੈਸ਼ਨ ਰਨ ਕਰ ਰਿਹਾ, ਉਹਨਾਂ ਨੂੰ ਡਿਪਰੈਸ਼ਨ ਨਹੀਂ ਹੋਇਆ ਪਰ ਸੀਜ਼ਨਲ ਅਫੈਕਟਿਵ ਡਿਸਆਰਡਰ ਹੋ ਗਿਆ। ਇਹ ਜ਼ਿਆਦਾ ਰਿਸਰਚ ਕਹਿੰਦੀ ਹੈ ਵੀ ਜ਼ਿਆਦਾ ਉਹਨਾਂ 'ਚ ਦੇਖਿਆ ਜਾਂਦਾ ਜੀ। ਇੱਕ ਗੱਲ ਜ਼ਰੂਰ ਜਾਣਨਾ ਚਾਹਾਂਗੀ ਕਿ ਕੀ ਬੱਚਿਆਂ ਦੀ ਮਾਨਸਿਕ ਸਿਹਤ ਜਿਹੜੀ ਹੈ ਉਹ ਪੇਰੈਂਟਸ ਦੇ ਬਿਹੇਵ ਤੋਂ ਪ੍ਰਭਾਵਿਤ ਹੁੰਦੀ ਹੈ, ਅਤੇ ਜੇ ਹੁੰਦੀ ਹੈ ਤਾਂ ਕਿਹਨਾਂ ਹਾਲਾਤਾਂ ਦੇ ਵਿੱਚ ਕਿੰਨਾ ਕੁ ਅਸਰ ਜਿਹੜਾ ਹੈ ਉਹ ਬੱਚਿਆਂ 'ਤੇ ਪੈਂਦਾ ਹੈ? ਮਤਲਬ ਕਿੱਥੇ ਸਾਨੂੰ ਜ਼ਿਆਦਾ ਸਾਵਧਾਨੀਆਂ ਵਰਤਣ ਦੀ ਜ਼ਰੂਰਤ ਹੈ? ਦੇਖੋ, ਜੋ ਬੱਚੇ ਨੇ ਉਹ ਤਾਂ ਗਿੱਲੀ ਮਿੱਟੀ ਨੇ। ਜਦੋਂ ਤੋਂ ਪੈਦਾ ਹੋ ਜਾਂਦੇ ਨੇ ਉਹ ਆਪਣੇ ਆਲੇ ਦੁਆਲੇ ਦੇ ਮਾਹੌਲ ਨੂੰ ਦੇਖ ਕੇ ਹੀ ਵੱਧਦੇ ਨੇ, ਕਿਉਂਕਿ ਜਿਹੜਾ ਬੱਚਾ ਹੈ ਉਹਨੂੰ ਤੁਸੀਂ ਐਵੇਂ ਨਹੀਂ ਸਿਖਾ ਸਕਦੇ ਕਿ ਐਵੇਂ ਕਰ ਲਓ ਜਾਂ ਇਸ ਤਰੀਕੇ ਨਾਲ ਕਰ ਲਓ। ਉਹਨੇ ਜੋ ਤੁਸੀਂ ਕਰ ਰਹੇ ਹੋ ਉਹਨੂੰ ਦੇਖ ਕੇ ਸਿੱਖਣਾ ਜੀ। ਇਹ ਸਭ ਤੋਂ ਇੰਪੋਰਟੈਂਟ ਗੱਲ ਆ। ਜਿਹੜੇ ਪੇਰੈਂਟਸ ਇਸ ਚੀਜ਼ ਨੂੰ ਸਮਝ ਲੈਂਦੇ ਨੇ ਕਿ ਮੇਰੇ ਐਕਸ਼ਨਸ ਤੋਂ ਮੇਰੇ ਬੱਚਿਆਂ ਨੇ ਸਿੱਖਣਾ, ਤਾਂ ਉਹ ਆਪਣੇ ਐਕਸ਼ਨਸ ਨੂੰ ਮੋਲਡ ਕਰ ਲੈਂਦੇ ਨੇ। ਅਤੇ ਮੇਰੇ ਹਿਸਾਬ ਨਾਲ ਜੋ ਪਾਰਟਨਰਸ ਦੇ ਵਿੱਚ ਆਪਸੀ ਬਹਿਸ ਆ, ਜਾਂ ਕਹਿ ਲਓ ਘਰ ਦੇ ਵਿੱਚ ਛੋਟੇ ਮੋਟੇ ਲੜਾਈ ਝਗੜੇ, ਜਾਂ ਤੁਹਾਡੀ ਕਿਸੇ ਪ੍ਰਤੀ ਕੋਈ ਰਾਏ ਆ ਜੋ ਨੈਗੇਟਿਵ ਆ, ਜਾਂ ਤੁਹਾਨੂੰ ਗੁੱਸਾ ਹੈ, ਤੁਸੀਂ ਕਿਸੇ ਪ੍ਰਤੀ ਗੁੱਸਾ ਐਕਸਪ੍ਰੈਸ ਕਰ ਰਹੇ ਹੋ ਇਨ ਫਰੰਟ ਆਫ ਕਿਡਸ, ਤਾਂ ਤੁਹਾਨੂੰ ਇਸ ਚੀਜ਼ ਨੂੰ ਰੋਕਣਾ ਚਾਹੀਦਾ। ਕਿਉਂਕਿ ਤੁਸੀਂ ਜੋ ਕਰ ਰਹੇ ਹੋ ਉਹ ਕਰਨ ਤੋਂ ਬਾਅਦ ਬੱਚਿਆਂ ਨੂੰ ਨਹੀਂ ਪਤਾ ਕਿ ਤੁਸੀਂ ਦੁਬਾਰਾ ਪੈਚਅਪ ਕਰ ਲਓ। ਠੀਕ ਹੈ, ਤੁਹਾਨੂੰ ਕਿਸੇ ਇਨਸਾਨ 'ਤੇ ਗੁੱਸਾ ਆ ਗਿਆ ਆਪਣੇ ਵਰਕ ਕੰਡੀਸ਼ਨ ਦੇ ਵਿੱਚ, ਤੁਸੀਂ ਘਰ ਆ ਕੇ ਉਹਨੂੰ ਗਾਲਾਂ ਕੱਢ ਰਹੇ ਹੋ, ਉਹਨੂੰ ਕੁਛ ਬੋਲ ਰਹੇ ਹੋ, ਉਹਨੂੰ ਗੁੱਸਾ ਕਰ ਰਹੇ ਹੋ, ਬੱਚਿਆਂ 'ਤੇ ਇੰਪਰੈਸ਼ਨ ਪੈ ਰਿਹਾ ਉਸ ਚੀਜ਼ ਦਾ, ਪਰ ਉਹਨੂੰ ਬੱਚਿਆਂ ਨੂੰ ਇਹ ਨਹੀਂ ਪਤਾ ਅਗਲੇ ਦਿਨ ਜਾ ਕੇ ਤੁਸੀਂ ਉਹਨੂੰ ਦੁਬਾਰਾ ਤੋਂ ਉਵੇਂ ਹੀ ਬੋਲਣ ਵਾਲੇ ਹੋ ਜੀ। ਅਤੇ ਬੀਇੰਗ ਪਾਰਟਨਰ ਟੂ ਯੋਰ ਹਸਬੈਂਡ ਔਰ ਵਾਈਫ, ਤੁਸੀਂ ਉਹਨਾਂ ਨਾਲ ਝਗੜਾ ਕਰ ਰਹੇ ਹੋ ਜਾਂ ਉਹਨਾਂ ਬਾਰੇ ਬੁਰਾ ਬੋਲ ਰਹੇ ਹੋ ਬੱਚਿਆਂ ਨੂੰ ਇਹ ਨਹੀਂ ਪਤਾ ਕਿ ਅੱਧੇ ਕੁ ਘੰਟੇ ਬਾਅਦ ਤੁਸੀਂ ਦੁਬਾਰਾ ਉਹਨਾਂ ਨਾਲ ਖੁਸ਼ ਹੋ ਜਾਓਗੇ। ਤੁਹਾਨੂੰ ਕਿਉਂਕਿ ਤੁਸੀਂ ਮਨਾਉਣ ਲੱਗੇ ਬੱਚਿਆਂ ਨੂੰ ਕੋਲੇ ਬੈਠ ਕੇ ਨਹੀਂ ਦਿਖਾਉਂਦੇ ਕਿ ਦੇਖੋ ਮੈਂ ਇਹਨੂੰ ਮਨਾ ਰਿਹਾ ਜਾਂ ਮੈਂ ਮਨਾ ਰਹੀ ਹਾਂ। ਝਗੜੇ ਵੇਲੇ ਅਸੀਂ ਨਹੀਂ ਦੇਖਦੇ ਸਾਨੂੰ ਕੌਣ ਦੇਖ ਰਿਹਾ। ਭਾਰਤੀ ਸਮਾਜ ਦੀ ਵੈਸੇ ਵੀ ਇਹ ਗੱਲ ਕਹੀ ਜਾਂਦੀ ਹੈ ਨਾ ਕਿ ਜਦੋਂ ਅਸੀਂ ਲੜਦੇ ਹਾਂ ਤਾਂ ਸਭ ਦੇ ਸਾਹਮਣੇ ਲੜਦੇ ਹਾਂ, ਅਤੇ ਜਦੋਂ ਅਸੀਂ ਆਪਸ 'ਚ ਮਾਫੀ ਮੰਗਣੀ ਹੁੰਦੀ ਹੈ ਜਾਂ ਕੋਈ ਜਿਹੜੀਆਂ ਪਿਆਰ ਭਰੀਆਂ ਗੱਲਾਂ ਨੇ ਉਹ ਅਸੀਂ ਲੁੱਕ ਕੇ ਕਰਦੇ ਹਾਂ। ਹਾਂਜੀ, ਤਾਂ ਉਹਦਾ ਇੰਪੈਕਟ ਬੱਚੇ 'ਤੇ ਬਹੁਤ ਪੈਂਦਾ। ਅਤੇ ਬੱਚਾ ਸ਼ੁਰੂ ਤੋਂ ਹੀ ਨਾ ਇੱਕ ਤਾਂ ਜੈਂਡਰ ਬਾਇਸ ਦੇ ਵਿੱਚ ਪੈ ਜਾਂਦਾ, ਕਿਉਂਕਿ ਅਸੀਂ ਦੇਖਿਆ ਕਿ ਜਿਸ ਸਮਾਜ ਵਿੱਚ ਅਸੀਂ ਰਹਿੰਦੇ ਹਾਂ ਉਹਦੇ ਵਿੱਚ ਡੋਮੀਨੇਸ਼ਨ ਆ ਈਦਰ ਮੇਲ ਦੀ ਜਾਂ ਫੀਮੇਲ ਦੀ। ਦੇਖੋ, ਮੈਂ ਇਸ ਚੀਜ਼ ਦੇ ਵਿੱਚ ਜ਼ਿਆਦਾ ਨਹੀਂ ਕੁਛ ਕੰਟਰੀਬਿਊਟ ਕਰੂੰਗੀ, ਪਰ ਮੇਲ ਡੋਮੀਨੇਸ਼ਨ ਥੋੜ੍ਹੀ ਜ਼ਿਆਦਾ ਹੀ ਰਹਿੰਦੀ ਆ। ਤਾਂ ਬੱਚਾ ਮੇਲ ਹੈ ਚਾਹੇ ਫੀਮੇਲ ਆ, ਉਹਨੂੰ ਛੋਟੇ ਹੁੰਦੇ ਤੋਂ ਹੀ ਦਿਖ ਜਾਂਦਾ ਕਿ ਫੀਮੇਲ ਦੀ ਕਿਆ ਇਮੇਜ ਆ, ਮੇਲ ਦੀ ਕਿਆ ਇਮੇਜ ਆ। ਤਾਂ ਜੇ ਤੁਸੀਂ ਫੀਮੇਲ ਦੀ ਮੈਂਟਲ ਹੈਲਥ ਦੀ ਗੱਲ ਕਰਦੇ ਹੋ ਤਾਂ ਉੱਥੋਂ ਇੰਪੈਕਟ ਪੈਣਾ ਸ਼ੁਰੂ ਹੋ ਗਿਆ ਉਹਨੂੰ ਦੇਖ ਕੇ ਕਿ ਮੇਰੀ ਮਦਰ ਜੋ ਕੰਮ ਕਰਦੀ ਆ ਜਾਂ ਜਿਹਦੇ ਨਾਲ ਕੋਈ ਲੜਾਈ ਝਗੜਾ ਘਰ 'ਚ ਕੁਛ ਵੀ ਆ, ਉਹਦੀ ਇਮੇਜ ਇਹ ਆ। ਉਹਨੇ ਉੱਥੋਂ ਹੀ ਟਾਰਗੇਟਸ ਆਪਣੇ ਰੱਖ ਲੈਣੇ ਨੇ ਵੀ ਮੈਂ ਇਸ ਤੋਂ ਅਲੱਗ ਲਾਈਫ ਜੀਣੀ ਆ, ਮੈਂ ਇਹ ਅਚੀਵ ਕਰਨਾ, ਮੈਂ ਉਹ ਅਚੀਵ ਕਰਨਾ। ਉਹ ਆਪਣੀ ਅਲੱਗ ਰੇਸ 'ਚ ਆ। ਠੀਕ ਹੈ ਨਾ। ਔਰ ਅਗਰ ਅਸੀਂ ਮੇਲ ਚਾਈਲਡ ਦੀ ਗੱਲ ਕਰੀਏ ਤਾਂ ਉਹਨੂੰ ਆਪਣੇ ਦਿਮਾਗ ਦੇ ਵਿੱਚ ਕੌਨਸੈਪਟ ਕੀ ਆ, ਕਿਉਂਕਿ ਮੇਲ ਚਾਈਲਡ ਤਕਰੀਬਨ ਆਪਣੀ ਮਦਰ ਦੇ ਕਲੋਜ਼ ਹੁੰਦੇ ਨੇ ਜੀ, ਅਤੇ ਉਹਨਾਂ ਨੂੰ ਮਦਰ ਦਾ ਹੀ ਕੌਨਸੈਪਟ ਬਣਿਆ ਹੋਇਆ ਹੁੰਦਾ ਕਿ ਮੇਰੀ ਜਿਹੜੀ ਲਾਈਫ ਪਾਰਟਨਰ ਹੋਊਗੀ ਮਦਰ ਵਰਗੀ ਹੋਊਗੀ। ਅਤੇ ਮਦਰ ਨੇ ਕੀ ਕੁਝ ਝੱਲਿਆ ਇਹਦੇ ਵੱਲ ਫੋਕਸ ਇੰਨਾ ਜ਼ਿਆਦਾ ਨਹੀਂ ਹੋਏਗਾ। ਠੀਕ ਹੈ, ਅਤੇ ਉਹ ਮਤਲਬ ਕਿ ਮਦਰ ਨੂੰ ਜੈਸੀ ਰਿਸਪੈਕਟ ਮਿਲਦੀ ਹੋਊਗੀ ਉਵੇਂ ਦਾ ਹੀ ਸਿੱਖ ਗਿਆ, ਕਿਉਂਕਿ ਇੰਪੈਕਟ ਤਾਂ ਫਾਦਰ ਦਾ ਵੀ ਆ ਵੀ ਡੀਲ ਐਵੇਂ ਹੀ ਕਰਨਾ ਚਾਹੀਦੀ, ਐਵੇਂ ਦੀ ਵਾਈਫ ਆ। ਮਤਲਬ ਜੋ ਦੇਖਿਆ ਉਹੀ ਰਿਪੀਟ ਕਰਨਾ, ਤਾਂ ਹੀ ਸਦੀਆਂ ਤੋਂ ਰਿਪੀਟੀਸ਼ਨ ਹੀ ਹੁੰਦੀ ਆਈ ਹੈ ਇਹਨਾਂ ਚੀਜ਼ਾਂ ਦੇ ਵਿੱਚ। ਤਾਂ ਅਸੀਂ ਇਹ ਕਹਿ ਸਕਦੇ ਕਿ ਬੱਚਿਆਂ ਦੇ ਅੱਗੇ ਅਸੀਂ ਐਸੀਆਂ ਚੀਜ਼ਾਂ ਜੋ ਨੈਗੇਟਿਵਿਟੀ ਵਾਲੀਆਂ ਨੇ ਜਾਂ ਜਿਨ੍ਹਾਂ 'ਤੇ ਤੁਸੀਂ ਖੁਦ ਸਟੈਂਡ ਨਹੀਂ ਲੈ ਸਕਦੇ, ਪਲੀਜ਼ ਐਸੀ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ, ਐਸਾ ਬਿਹੇਵ ਨਹੀਂ ਕਰਨਾ ਚਾਹੀਦਾ ਜੀ। ਇੱਕ ਨਾ ਸਵਾਲ ਇਹ ਵੀ ਹੈ ਕਿ ਜਿਹੜੀਆਂ ਕੰਮਕਾਜੀ ਮਹਿਲਾਵਾਂ ਨੇ, ਅਜੋਕੇ ਸਮੇਂ ਦੇ ਵਿੱਚ ਤਾਂ ਤਕਰੀਬਨ ਸਾਰੀਆਂ ਹੀ ਔਰਤਾਂ ਜਿਹੜੀਆਂ ਨੇ ਕੰਮਕਾਜੀ ਨੇ,
ਵੈਸੇ ਸਾਰੀਆਂ ਹੀ ਹੁੰਦੀਆਂ ਨੇ ਮਹਿਲਾਵਾਂ ਕੰਮਕਾਜੀ, ਕੁਝ ਕੁ ਤਨਖਾਹ ਵਾਲੀਆਂ ਹੁੰਦੀਆਂ। ਹੁਣ ਜਿਹੜੀਆਂ ਤਨਖਾਹ ਵਾਲੀਆਂ ਕੰਮਕਾਜੀ ਨੇ ਹੈ ਨਾ, ਉਹ ਬਹੁਤ ਸਾਰੀਆਂ ਜਦੋਂ ਕੁਲੀਗਸ ਦੇ ਨਾਲ ਵੀ ਗੱਲ ਹੁੰਦੀ ਹੈ ਤਾਂ ਉਹ ਇੱਕ ਗੱਲ ਕਹਿੰਦੇ ਨੇ ਕਿ ਕਈ ਵਾਰ ਸਾਨੂੰ ਇਹ ਮਹਿਸੂਸ ਹੁੰਦਾ ਕਿ ਅਸੀਂ ਨਾ ਜਿਵੇਂ ਅੱਡੀਆਂ ਚੱਕ ਕੇ ਫਾਹ ਲੈ ਲਿਆ ਆਪੇ, ਕਿ ਅਸੀਂ ਦੋਹਰੀ ਚੱਕੀ 'ਚ ਪਿਸ ਗਏ। ਹਲੇ ਸਮਾਜ ਓਨਾ ਵੀ ਸਾਡਾ ਵਿਕਸਿਤ ਨਹੀਂ ਹੋਇਆ ਕਿ ਉਹ ਇਹ ਸਮਝ ਸਕੇ ਕਿ ਜੇ ਔਰਤ ਘਰ ਤੋਂ ਬਾਹਰ ਜਾ ਰਹੀ ਹੈ ਤਾਂ ਰਸੋਈ ਦੇ ਵਿੱਚ ਵੀ ਮਰਦ ਦੀ ਸ਼ਮੂਲੀਅਤ ਜਿਹੜੀ ਹੈ ਉਹ ਬਣ ਜਾਂਦੀ ਹੈ ਜ਼ਰੂਰੀ, ਹੈ ਨਾ। ਬਿਲਕੁਲ। ਤਾਂ ਕਿ ਉਸ ਵੇਲੇ ਕਈ ਵਾਰ ਸਾਨੂੰ ਇਹ ਮਹਿਸੂਸ ਹੁੰਦਾ ਕਿ ਅਸੀਂ ਮਾਨਸਿਕ ਤੌਰ 'ਤੇ ਜ਼ਿਆਦਾ ਟੁੱਟ ਭੱਜ ਦਾ ਸ਼ਿਕਾਰ ਹੁੰਦੇ ਹਾਂ ਉਸ ਵੇਲੇ ਜਦੋਂ ਅਸੀਂ ਵਰਕਿੰਗ ਹਾਂ। ਇਹਦੇ ਬਾਰੇ 'ਚ ਕੀ ਕਹਿਣਾ ਚਾਹੋਗੇ? ਮੈਂ ਤੁਹਾਡੇ ਇਸ ਜਵਾਬ ਨੂੰ 2 ਹਿੱਸਿਆਂ 'ਚ ਦਊਂਗੀ। ਪਹਿਲੇ ਹਿੱਸੇ 'ਚ ਕਿਹਾ ਜੋ ਤੁਸੀਂ ਹੁਣੇ ਕਿਹਾ ਮਰਦਾਂ ਦੀ ਕੰਟਰੀਬਿਊਸ਼ਨ, ਤਾਂ ਅਸੀਂ ਐਸੇ ਟਰਾਂਸਫੋਰਮੇਸ਼ਨਲ ਫੇਜ਼ ਵਿੱਚ ਆ ਰਣਦੀਪ, ਜਿੱਥੇ ਸਾਨੂੰ ਹਰ ਤਰ੍ਹਾਂ ਦਾ ਕਪਲ ਮਿਲ ਜਾਏਗਾ। ਕੁਝ ਲੋਕ ਇਸ ਤਰ੍ਹਾਂ ਦੇ ਨੇ ਜਿੱਥੇ ਫੀਮੇਲਸ ਨੂੰ ਬਾਹਰ ਜਾਣ ਦੀ ਵੀ ਆਜ਼ਾਦੀ ਨਹੀਂ ਆ। ਐਸੇ ਲੋਕ ਵੀ ਨੇ ਕਿ ਨਹੀਂ, ਘਰ ਦਾ ਕੰਮ ਹੀ ਕਰਨਾ। ਕੁਝ ਪੋਪੂਲੇਸ਼ਨ ਇਸ ਤਰ੍ਹਾਂ ਦੀ ਆ ਜੋ ਬਾਹਰ ਜਾਣ ਦਿੰਦੀ ਆ, ਪਰ ਉਹ ਘਰ ਦੀ ਜ਼ਿੰਮੇਵਾਰੀ ਵੀ ਫੀਮੇਲ 'ਤੇ ਆ ਵੀ ਜੇ ਜਾਣਾ ਤਾਂ ਘਰ ਸੰਭਾਲ ਕੇ ਜਾ, ਨਹੀਂ ਤਾਂ ਨਾ ਜਾ। ਕੁਝ ਪੋਪੂਲੇਸ਼ਨ ਇਸ ਤਰ੍ਹਾਂ ਦੀ ਹੈ ਜੋ ਕਿ ਹੁਣ ਮਤਲਬ ਦੇਖਣ 'ਚ ਆ ਰਿਹਾ ਕਿ ਉਹ ਬਰਾਬਰੀ 'ਤੇ ਚੱਲਦੀ ਹੈ ਕਿ ਅੱਧਾ ਕੰਮ ਤੇਰਾ, ਅੱਧਾ ਕੰਮ ਮੇਰਾ, ਬਾਹਰ ਵੀ ਇਨਕਮ ਵੀ ਅੱਧੀ ਤਾਂ ਫਿਰ ਕੰਮ ਵੀ ਅੱਧਾ। ਤਾਂ ਅਸੀਂ ਐਸੇ ਫੇਜ਼ 'ਚ ਜਿੱਥੇ ਹਰ ਤਰ੍ਹਾਂ ਦਾ ਇਨਸਾਨ ਐਗਜ਼ਿਸਟ ਕਰ ਰਿਹਾ, ਠੀਕ ਹੈ। ਤਾਂ ਹੌਲੀ ਹੌਲੀ ਉਸ ਪਾਰਟ ਵੱਲ ਜਾਣ ਦੀ ਚਾਂਸਿਸ ਬਹੁਤ ਜ਼ਿਆਦਾ ਨੇ ਜਿੱਥੇ ਪਾਰਟਨਰਸ ਜਿਹੜੇ ਨੇ ਉਹ ਇੱਕ ਦੂਸਰੇ ਦੀ ਹੈਲਪ ਕਰਨੀ ਸਟਾਰਟ ਕਰ ਦੇਣਗੇ। ਹੌਲੀ ਹੌਲੀ ਅਸੀਂ ਇਸ ਟਰਾਂਸਫੋਰਮੇਸ਼ਨ 'ਚ ਜਾ ਰਹੇ ਹਾਂ। ਦੂਸਰਾ ਜਵਾਬ ਜਿਹੜਾ ਮੈਂ ਤੁਹਾਨੂੰ ਇਹ ਦੇਣਾ ਚਾਹੂੰਗੀ ਕਿ ਜਦੋਂ ਅਸੀਂ ਗੱਲ ਕੀਤੀ ਕਿ ਜਿਹੜੀ ਫੀਮੇਲ ਚਾਈਲਡ ਆ, ਠੀਕ ਹੈ, ਜਦੋਂ ਉਹ ਬਚਪਨ ਦੇ ਵਿੱਚ ਦੇਖਦੀ ਆ, ਚਾਹੇ ਆਪਣੀ ਮਦਰ ਨੂੰ ਦੇਖੇ ਜਾਂ ਸਕੂਲ ਦੇ ਵਿੱਚ ਕੰਪੈਰੀਜ਼ਨਸ ਦੇਖੇ, ਐਕਚੁਅਲੀ ਉਹਨੂੰ ਆਪਣੇ ਲਈ ਘੱਟ ਦਿਖਦਾ, ਉਹਨੂੰ ਦਿਖਦਾ ਕਿ ਮੇਲ ਚਾਈਲਡ ਜਿਹੜਾ ਹੈਗਾ ਉਹ ਕੁਛ ਨਾ ਕਰਕੇ ਵੀ ਸਪੈਸ਼ਲ ਆ। ਜਿਹੜੀ ਫੀਮੇਲ ਚਾਈਲਡ ਆ ਉਹ ਐਜੂਕੇਸ਼ਨ 'ਚ ਵੀ ਫਸਟ ਹੈਗੀ ਆ ਜਾਂ ਕਿਸੇ ਹੋਰ ਫੀਲਡ ਵਿੱਚ ਫਸਟ ਹੈਗੀ ਆ, ਤਾਂ ਉਹਨੂੰ ਓਨਾ ਸਪੈਸ਼ਲ ਨਹੀਂ ਮੰਨਿਆ ਜਾਂਦਾ ਕੰਪੈਰੀਜ਼ਨਸ। ਤਾਂ ਉਹਦੇ ਟਾਰਗੇਟਸ ਅਲੱਗ ਹੁੰਦੇ ਨੇ, ਉਹ ਆਪਣੇ ਆਪ ਇੱਕ ਰੇਸ 'ਚ ਹੁੰਦੀ ਆ, ਉਹਨੂੰ ਆਉਂਦਾ ਨਹੀਂ ਕੁਛ ਬਣਨਾ। ਉਹਨੂੰ ਮਦਰ ਵੱਲੋਂ ਵੀ ਇਹ ਸਿੱਖਿਆ ਹੁੰਦੀ ਕੁਛ ਬਣ ਜਾਓਗੇ, ਇੰਡੀਪੈਂਡੈਂਟ ਹੋ ਜਾਓਗੇ ਤਾਂ ਠੀਕ ਹੈ, ਅਦਰਵਾਈਜ਼ ਹੱਥ ਛੱਡੋਗੇ, ਕਿਉਂਕਿ ਮੇਲ ਡੋਮੀਨੇਸ਼ਨ ਦਾ ਸ਼ਿਕਾਰ ਵੀ ਹੁੰਦੀਆਂ ਨੇ ਫੀਮੇਲਸ। ਅਤੇ ਇਹਨਾਂ ਪ੍ਰੈਸ਼ਰਸ ਕਰਕੇ ਉਹ ਆਪਣੀ ਐਜੂਕੇਸ਼ਨ ਕੰਪਲੀਟ ਕਰਦੀ ਆ, ਆਪਣੀ ਮਤਲਬ ਪ੍ਰੈਸ਼ਰ ਦੇ ਅੰਡਰ ਹੀ ਕਰਦੀ ਹੈ ਵੀ ਮੈਂ ਜੋਬ ਵੀ ਕਰਨੀ ਹੈ, ਮੈਂ ਆਪਣਾ ਕਰੀਅਰ ਵੀ ਖੜਾ ਕਰਨਾ, ਫਿਰ ਉਸ ਤੋਂ ਬਾਅਦ ਵੀ ਵਿਆਹ ਵੀ ਕਰਾਉਣਾ ਟਾਈਮ 'ਤੇ, ਬੱਚਾ ਵੀ ਪੈਦਾ ਕਰਨਾ, ਅਤੇ ਉਸ ਤੋਂ ਬਾਅਦ ਦੁਬਾਰਾ ਤੋਂ ਘਰ ਦੁਬਾਰਾ ਸੰਭਾਲਣਾ ਸਾਰਾ ਦਾ ਸਾਰਾ। ਤਾਂ ਇੱਕ ਜਾਨ ਸਾਰੇ ਏਰੀਆਜ਼ ਦੇ ਵਿੱਚ ਕੰਟਰੀਬਿਊਟ ਕਰਨ ਦੀ ਕੋਸ਼ਿਸ਼ ਕਰਦੀ ਆ, ਠੀਕ ਹੈ ਨਾ। ਉਹ ਟਾਰਗੇਟ ਅਚੀਵ ਕਰੀ ਜਾਂਦੀ ਆ ਪਰ ਸੈਲਫ ਲਵ ਭੁੱਲ ਜਾਂਦੀ ਆ। ਜਦੋਂ ਇਹਨਾਂ ਸਾਰੀਆਂ ਚੀਜ਼ਾਂ ਦੇ ਬਦਲੇ 'ਚ ਅਪਰੀਸੀਏਸ਼ਨ ਦੇ ਜਗ੍ਹਾ ਕੋਈ ਤਾਨਾ ਮੇਣਾ ਮਿਲਦਾ, ਉਦੋਂ ਹੀ ਦਿਮਾਗ 'ਚ ਆਉਂਦਾ ਕਿ ਅੱਡੀਆਂ ਚੱਕ ਕੇ ਫਾਹਾ ਲਿਆ ਹੋਇਆ ਜੀ, ਠੀਕ ਹੈ। ਜਦੋਂ ਤੁਸੀਂ ਇੰਨੀ ਐਫਰਟ ਪਾ ਕੇ ਤੁਹਾਨੂੰ ਅਪਰੀਸੀਏਸ਼ਨ ਨਹੀਂ ਮਿਲਦੀ, ਅਪਰੀਸੀਏਸ਼ਨ ਵੀ ਛੱਡੋ, ਤੁਹਾਨੂੰ ਚਲੋ ਅਪਰੀਸੀਏਸ਼ਨ ਨਾ ਮਿਲੇ, ਕੋਈ ਨੈਗੇਟਿਵ ਕਮੈਂਟ ਜੇ ਮਿਲ ਜੇ ਤਾਂ ਇਨਸਾਨ ਨੂੰ ਜ਼ਰੂਰ ਲੱਗਦਾ ਕਿ ਕਿਉਂਕਿ ਉਹਨੇ ਐਫਰਟ ਸਾਰੀ ਜਗ੍ਹਾ ਪਾਈ ਆ, ਪਰ ਕੋਈ ਹੌਸਲਾ ਅਫਜ਼ਾਈ ਨਹੀਂ ਮਿਲ ਰਹੀ ਕਿਤੋਂ। ਘਰ ਵੱਲੋਂ ਕਿਹਾ ਹੈ ਜਾਂ ਫਿਰ ਬਾਹਰ ਵੱਲੋਂ ਕਿਹਾ ਹੈ, ਪਰਫੈਕਸ਼ਨ ਲੱਭੀ ਜਾ ਰਹੀ ਆ, ਐਫਰਟ ਨੂੰ ਭੁਲਾ ਕੇ ਪਰਫੈਕਸ਼ਨ ਦੇਖੀ ਜਾ ਰਹੀ ਆ। ਇੰਨੀ ਜਗ੍ਹਾ 'ਤੇ ਐਫਰਟ ਪਾਉਣ ਨਾਲ ਪਰਫੈਕਸ਼ਨ ਨਹੀਂ ਆ ਸਕਦੀ ਕਿਸੇ 'ਚ ਵੀ। ਇੱਕ 'ਚ ਪਰਫੈਕਸ਼ਨ ਆਉ, ਦੂਸਰੇ 'ਚ ਕਿਤੇ ਨਾ ਕਿਤੇ ਤਾਂ ਕੋਈ ਕਮੀ ਰਹੇਗੀ। ਤਾਂ ਫਿਰ ਉਸ ਟਾਈਮ ਫੀਮੇਲਸ ਨੂੰ ਫੀਲ ਹੁੰਦਾ ਕਿ ਅਸੀਂ ਅੱਡੀਆਂ ਚੱਕ ਕੇ ਫਾਹਾ ਲੈ ਲਿਆ, ਵੀ ਸਾਨੂੰ ਇਹ ਨਹੀਂ, ਇੱਕ ਪਾਸੇ ਰਹਿੰਦੇ ਤਾਂ ਸ਼ਾਇਦ ਬਚੇ ਰਹਿੰਦੇ। ਜੀ, ਅਕਸਰ ਨਾ ਸਾਡੇ ਭਾਰਤੀ ਸਮਾਜ ਦੇ ਵਿੱਚ ਮਾਨਸਿਕ ਸਿਹਤ ਨੂੰ ਤਵੱਜੋ ਨਹੀਂ ਦਿੱਤੀ ਜਾਂਦੀ। ਅਸੀਂ ਮੰਨਦੇ ਹੀ ਨਹੀਂ ਕਿ ਸਾਨੂੰ ਕੋਈ ਮਾਨਸਿਕ ਸਮੱਸਿਆ ਹੈ ਜਾਂ ਇਹਦਾ ਵੀ ਇਲਾਜ ਕਰਾਉਣਾ ਜ਼ਰੂਰੀ ਹੈ, ਕਿਉਂਕਿ ਨਾ ਬਹੁਤਾ ਕਰਕੇ ਅਸੀਂ ਉਹੀ ਲੋਕ ਹਾਂ ਕਿ ਜੇ ਟੈਸਟ ਕਰਵਾਏ ਤਾਂ ਕੋਈ ਬਿਮਾਰੀ ਨਹੀਂ ਨਿਕਲੀ, ਸਾਨੂੰ ਲੱਗਦਾ ਪੈਸੇ ਖਰਾਬ ਹੋ ਗਏ, ਹੈ ਨਾ। ਮਤਲਬ ਅਸੀਂ ਬਾਹਰੋਂ ਧੜਾ ਅਸੀਂ ਰੇਹੜੀਆਂ ਤੋਂ ਸਮਾਨ ਖਾ ਸਕਦੇ ਹਾਂ, ਪਰ ਡਾਕਟਰ ਤੋਂ ਜੇ ਸਾਨੂੰ ਕੋਈ ਦਵਾਈ ਲੈਣੀ ਪੈ ਗਈ ਫਿਰ ਸਾਨੂੰ ਟੈਨਸ਼ਨ ਹੁੰਦੀ ਹੈ ਸਾਨੂੰ ਇਹਦਾ ਕੋਈ ਸਾਈਡ ਇਫੈਕਟ ਨਾ ਹੋ ਜੇ ਦਵਾਈ ਦਾ, ਹੈ ਨਾ। ਕਿਉਂਕਿ ਜਿੱਥੋਂ ਸਾਨੂੰ ਬਚਣ ਦੀ ਜ਼ਰੂਰਤ ਹੈ ਉੱਥੇ ਅਸੀਂ ਅਵੇਅਰ ਨਹੀਂ ਹੁੰਦੇ, ਹੈ ਨਾ, ਪਰ ਅਸੀਂ ਗਲਤ ਪਾਸੇ ਜਿਹੜਾ ਧਿਆਨ ਲਗਾਉਂਦੇ ਹਾਂ। ਤਾਂ ਮਾਨਸਿਕ ਸਿਹਤ ਵੱਲੋਂ ਤਾਂ ਅਸੀਂ ਬਿਲਕੁਲ ਹੀ, ਖਾਸ ਕਰਕੇ ਜੇ ਮੈਂ ਪੜ੍ਹੇ ਲਿਖੇ ਵਰਗ ਦੀ ਵੀ ਗੱਲ ਕਰਾਂ ਤਾਂ ਬਹੁਤ ਸ਼ਰਮ ਮਹਿਸੂਸ ਕਰਦੇ ਆ ਇਹ ਦੱਸਣ ਦੇ ਵਿੱਚ ਕਿ ਅਸੀਂ ਇਸ ਵੇਲੇ ਕਿਸੇ ਮਾਨਸਿਕ ਸਮੱਸਿਆ ਨਾਲ ਜੂਝ ਰਹੇ ਹਾਂ। ਤਾਂ
ਕਿਸ ਸਥਿਤੀ ਦੇ ਵਿੱਚ, ਜਾਂ ਜਿਵੇਂ ਨਾਰਮਲੀ ਅਸੀਂ ਕਹਿੰਦੇ ਹਾਂ ਕਿ ਸਾਨੂੰ ਹੈਲਥ ਜਿਹੜਾ ਚੈੱਕਅਪ ਹੈ, ਬੋਡੀ ਚੈੱਕਅਪ ਬਹੁਤ ਜ਼ਰੂਰੀ ਹੈ ਪ੍ਰੋਪਰ ਆਫਟਰ 3 ਮੰਥਸ ਜਾਂ 6 ਮੰਥਸ, ਤਾਂ ਮੈਂਟਲ ਹੈਲਥ ਦੇ ਲਈ ਅਸੀਂ ਅਜਿਹਾ ਕੀ ਕਰ ਸਕਦੇ ਹਾਂ ਤੇ ਕਿੰਨੇ ਸਮੇਂ ਬਾਅਦ ਉਹ ਜ਼ਰੂਰੀ ਹੈ? ਦੇਖੋ ਰਣਦੀਪ, ਜੋ ਮੈਂਟਲ ਚੈੱਕਅਪ ਜਾਂ ਜੋ ਤੁਸੀਂ ਇੰਡੀਅਨ ਸੋਸਾਇਟੀ ਦੀ ਗੱਲ ਕੀਤੀ ਹੈ ਪਹਿਲਾਂ ਕਿ ਸਾਡੀ ਸੋਚ ਕੀ ਆ, ਪ੍ਰੋਬਲਮ ਇਹ ਹੈ ਕਿ ਇੰਡੀਅਨਸ ਨੂੰ ਇਹ ਨਹੀਂ ਪਤਾ ਕਿ ਜੋ ਮਨੋਵਿਗਿਆਨਿਕ ਰੋਗ ਨੇ ਤੇ ਪਰੇਸ਼ਾਨੀਆਂ ਨੇ ਉਹਨਾਂ 'ਚ ਫ਼ਰਕ ਹੈ ਜੀ। ਪਰੇਸ਼ਾਨੀ ਕਿਸੇ ਵੀ ਇਨਸਾਨ ਨੂੰ ਆ ਸਕਦੀ ਆ, ਠੀਕ ਹੈ। ਅੱਜ ਮੈਂ ਆਪਣੇ ਆਫਿਸ ਚੱਲਦਾ, ਮੈਨੂੰ ਕੋਈ ਸਟ੍ਰੈਸ ਹੋ ਸਕਦਾ, ਮੈਂ ਕੋਈ ਟਾਰਗੇਟ ਅਚੀਵ ਕਰਨਾ, ਮੈਨੂੰ ਟਾਈਮਲੀ ਨਹੀਂ ਹੋ ਪਾ ਰਿਹਾ ਤਾਂ ਮੈਨੂੰ ਸਟ੍ਰੈਸ ਫੀਲ ਹੋ ਸਕਦਾ। ਤਾਂ ਅਗਰ ਮੇਰਾ ਬੱਚਾ ਬਿਮਾਰ ਹੈ ਫॉर एग्जांपल, ਤਾਂ ਮੈਨੂੰ ਉਹਦੇ ਐਂਗਜ਼ਾਇਟੀ ਫੀਲ ਹੋ ਸਕਦੀ ਹੈ ਕਿ ਮੇਰਾ ਬੱਚਾ ਠੀਕ ਹੋ ਜੇ। ਕੋਈ ਵੀ ਐਸੀ ਚੀਜ਼ ਜੋ ਅਨਵਾਂਟਡ ਆ ਤੁਹਾਡੀ ਲਾਈਫ ਦੇ ਵਿੱਚ, ਤੁਹਾਨੂੰ ਕੁਛ ਕਿਸੇ ਨਾ ਕਿਸੇ ਤਰੀਕੇ ਸਟ੍ਰੈਸਰ ਦਾ ਕੰਮ ਕਰਦੀ ਆ, ਤਾਂ ਇਹਨਾਂ ਚੀਜ਼ਾਂ ਕਰਕੇ ਮੈਨੂੰ ਕਾਉਂਸਲਿੰਗ ਦੀ ਨੀਡ ਹੋ ਸਕਦੀ ਆ। ਮੈਂ ਤਾਂ ਨਾਰਮਲ ਆ, ਮੈਨੂੰ ਕਾਉਂਸਲਿੰਗ ਦੀ ਨੀਡ ਫੀਲ ਹੋ ਸਕਦੀ ਆ ਕਿ ਮੈਂ ਕਿਸੇ ਕਾਉਂਸਲਰ ਨਾਲ ਗੱਲ ਕਰਾਂ, ਐਟਲੀਸਟ ਮੈਂ ਆਪਣੇ ਮਨ ਦੀ ਗੱਲ ਦੱਸਾਂ, ਆਪਣਾ ਡਰ, ਆਪਣਾ ਭੈ ਜੋ ਮੇਰੇ ਅੰਦਰ ਹੈਗਾ ਮੈਂ ਕਿਸੇ ਨਾਲ ਸ਼ੇਅਰ ਕਰਾਂ, ਤੇ ਕੋਈ ਮੈਨੂੰ ਬਿਨਾਂ ਜੱਜ ਕਰੇ ਉਹ ਸੁਣੇ, ਬਿਨਾਂ ਜੱਜ ਕਰੇ, ਬਿਨਾਂ ਰੋਕੇ ਟੋਕੇ ਕੋਈ ਸੁਣ ਲੇ ਤਾਂ ਉਹਦੇ ਨਾਲ ਮੈਨੂੰ ਰਿਲੀਫ ਮਿਲ ਜੂਗਾ। ਤਾਂ ਇਹ ਇੱਕ ਤਰ੍ਹਾਂ ਨਾਲ ਇੱਕ ਅਲੱਗ ਪ੍ਰੋਸੈਸ ਆ। ਤੇ ਮਨੋਰੋਗ ਅਲੱਗ ਚੀਜ਼ਾਂ ਨੇ, ਉਹ ਡਿਸਆਰਡਰਸ ਨੇ। ਉਹ ਡਿਸਆਰਡਰਸ ਦੇ ਵਿੱਚ ਤੁਹਾਨੂੰ ਮੈਡੀਸਿਨਸ ਵੀ ਲੈਣੀਆਂ ਪੈ ਸਕਦੀਆਂ, ਤੁਹਾਨੂੰ ਥੈਰੇਪੀ ਵੀ ਲੈਣੀ ਪੈ ਸਕਦੀ ਹੈ, ਉਹ ਲੰਬਾ ਪ੍ਰੋਸੈਸ ਆ। ਪਰ ਇੰਡੀਅਨਸ ਦੇ ਮੁਤਾਬਿਕ ਇਹ ਦੋਨੋਂ ਚੀਜ਼ਾਂ ਇੱਕੋ ਹੀ ਨੇ ਜੀ। ਕਿ ਅਗਰ ਕੋਈ ਸਾਈਕੋਲੋਜਿਸਟ ਕੋਲ ਜਾ ਰਿਹਾ ਤਾਂ ਮਤਲਬ ਇੱਕ ਤਾਂ ਵਰਡ ਯੂਜ਼ ਕਰਦੇ ਆ ਪਾਗਲ। ਪਾਗਲ ਵਰਡ ਐਗਜ਼ਿਸਟ ਹੀ ਨਹੀਂ ਕਰਦਾ ਸਾਈਕੋਲੋਜੀ ਦੇ ਵਿੱਚ, ਮਤਲਬ ਦੇਰ ਇਜ਼ ਨੋ ਵਰਡ ਲਾਈਕ ਅਸੀਂ ਕਿਸੇ ਨੂੰ ਪਾਗਲ ਨਹੀਂ ਬੋਲ ਸਕਦੇ, ਠੀਕ ਹੈ। ਤਾਂ ਤੁਸੀਂ ਕਹੋ ਕਿ ਉਹ ਮੈਂਟਲ ਹੈ, ਉਹ ਸਾਈਕੋ ਹੈ, ਉਹਨੂੰ ਡਿਸਆਰਡਰ ਹੈ, ਮਤਲਬ ਸਾਈਕੋਲੋਜਿਸਟ ਕੋਈ ਨਾਰਮਲ ਬੰਦਾ ਵੀ ਜਾਂਦਾ ਤਾਂ ਉਹਨੂੰ ਭੇਦ ਭਰੀਆਂ ਨਿਗਾਹਾਂ ਨਾਲ ਦੇਖਿਆ ਜਾਂਦਾ ਵੀ ਕਿਉਂ ਗਿਆ, ਇਹਨੂੰ ਕੀ ਲੋੜ ਪੈ ਗਈ। ਮੈਂ ਜਿੱਥੇ ਜਿੱਥੇ ਵਰਕ ਕੀਤਾ ਮੈਂ ਉੱਥੇ ਇਹ ਚੀਜ਼ ਦੇਖੀ ਹੈ ਕਿ ਅਗਰ ਕਾਉਂਸਲਿੰਗ ਲੈਣ ਲਈ ਕੋਈ ਆਉਂਦਾ ਤਾਂ ਅਗਰ ਉਹ ਮੈਂਸ਼ਨ ਵੀ ਕਰਦੇ ਕਿ ਮੈਂ ਕਾਉਂਸਲਿੰਗ ਲੈਣ ਲਈ ਗਿਆ ਸੀ ਤਾਂ ਉਹ ਛੇੜ ਕੇ ਪੁੱਛਿਆ ਜਾਂਦਾ ਕੀ ਹੋ ਗਿਆ, ਦਿਮਾਗ ਠੀਕ ਹੈ ਤੇਰਾ ਕਿ ਦਿਮਾਗ ਖਰਾਬ ਹੋ ਗਿਆ। ਤਾਂ ਤੁਸੀਂ ਇਹ ਦੇਖੋ ਕਿ ਐਸੀ ਮੈਂਟੈਲਿਟੀ ਆ, ਉਹਨਾਂ ਨੂੰ ਹਾਲੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਸਾਨੂੰ ਵੈਸੇ ਵੀ ਨੋਰਮਲ ਲੋਕਾਂ ਨੂੰ ਵੀ ਕਾਉਂਸਲਿੰਗ ਦੀ ਨੀਡ ਪੈ ਸਕਦੀ ਆ। ਤਾਂ ਜੇ ਤੁਸੀਂ ਨੋਰਮਲ ਲਾਈਫ ਚਾਹੁੰਦੇ ਹੋ, ਤੁਸੀਂ ਚਾਹੁੰਦੇ ਹੋ ਵੀ ਤੁਹਾਨੂੰ ਡਾਇਗਨੋਸਿਸ ਦਾ ਪਤਾ ਹੋਏ ਜਾਂ ਤੁਹਾਨੂੰ ਆਪਣੇ ਬਾਰੇ ਪਤਾ ਹੋਏ, ਤਾਂ ਬੇਸਿਕਲੀ ਕੀ ਹੈ ਕਿ ਜਦੋਂ ਵੀ ਮੈਂ ਤੁਹਾਨੂੰ ਇੱਕ ਕ੍ਰਾਈਟੀਰੀਆ ਦੱਸਿਆ ਕਿ ਥੋਟਸ ਜਿਹੜੇ ਨੇ ਤੁਹਾਡੀ ਚੇਨ ਨਹੀਂ ਟੁੱਟ ਰਹੀ, ਉਹਦਾ ਇੰਪੈਕਟ ਤੁਹਾਡੀ ਬੋਡੀ ਦੇ ਉੱਤੇ ਆਉਣ ਲੱਗ ਗਿਆ, ਤੁਹਾਨੂੰ ਨੀਂਦ ਘਟ ਗਈ ਜਾਂ ਤੁਸੀਂ ਬਿੰਜ ਵਾਚ ਕਰ ਰਹੇ ਹੋ, ਤੁਸੀਂ ਅਬਨੋਰਮਲ ਈਟਿੰਗ ਕਰਨੀ ਸ਼ੁਰੂ ਕਰਤੀ, ਤਾਂ ਪਲੀਜ਼ ਕਿਸੇ ਕਾਉਂਸਲਰ ਨਾਲ ਸਭ ਤੋਂ ਪਹਿਲਾਂ ਗੱਲ ਕਰੋ ਜੀ। ਕਾਉਂਸਲਰ ਵਿਲ ਸੁਜੈਸਟ ਯੂ ਕਿ ਤੁਹਾਨੂੰ ਮੈਡੀਸਿਨ ਦੀ ਲੋੜ ਆ, ਤੁਹਾਨੂੰ ਡਿਸਆਰਡਰ ਹੋ ਗਿਆ, ਉਹਦੇ ਚਾਂਸਿਸ ਹੈਗੇ ਨੇ, ਤੁਹਾਨੂੰ ਸਾਈਕੈਟਰਿਸਟ ਕੋਲ ਜਾਣ ਦੀ ਲੋੜ ਆ, ਤੁਹਾਨੂੰ ਐਟਲੀਸਟ ਕਿਸੇ ਰਾਹ ਤਾਂ ਪਾਊਗਾ ਨਾ। ਤਾਂ ਤੁਸੀਂ ਇਹਦੇ ਵਿੱਚ ਕੋਈ ਐ ਨਹੀਂ ਕਿ ਰੈਗੂਲੈਰਿਟੀ ਦੀ ਕੋਈ ਲੋੜ ਨਹੀਂ ਹੁੰਦੀ। ਅਗਰ ਤੁਹਾਨੂੰ ਸੀਜ਼ਨਲ ਇਫੈਕਟਿਵ ਡਿਸਆਰਡਰ ਦੇ ਤੁਸੀਂ ਸ਼ਿਕਾਰ ਹੋ ਤਾਂ ਤੁਹਾਨੂੰ ਉਸ ਪਰਟੀਕੂਲਰ ਟਾਈਮ ਦੇ ਵਿੱਚ ਆਪਣੇ ਸਾਈਕੈਟਰਿਸਟ ਜਾਂ ਆਪਣੇ ਸਾਈਕੋਲੋਜਿਸਟ ਨੂੰ ਮਿਲਣ ਦੀ ਲੋੜ ਹੁੰਦੀ ਆ ਜੀ। ਅਗਰ ਤੁਹਾਨੂੰ ਕੋਈ ਐਸਾ ਡਿਸਆਰਡਰ ਨਹੀਂ ਹੈਗਾ ਤਾਂ ਤੁਹਾਨੂੰ ਕੋਈ ਐਵੇਂ ਨਹੀਂ ਹੈ ਕਿ ਤੁਸੀਂ 3 ਮਹੀਨੇ ਬਾਅਦ ਆਪਣਾ ਚੈੱਕਅਪ ਕਰਵਾਉਣ ਜਾਓ ਜਾਂ ਕੁਛ ਐਵੇਂ ਕਰੋ। ਤੁਹਾਨੂੰ ਸਿਰਫ ਆਪਣੇ ਥੋਟਸ ਔਰ ਆਪਣੇ ਇਮੋਸ਼ਨਸ ਅਤੇ ਐਕਸ਼ਨਸ ਨੂੰ ਰੈਗੂਲੇਟ ਕਰਨ ਦੀ ਲੋੜ ਆ, ਓਬਜ਼ਰਵ ਕਰਨ ਦੀ ਲੋੜ ਹੈ, ਅਲਰਟ ਰਹਿਣ ਦੀ ਲੋੜ ਹੈ ਕਿ ਮੇਰੇ ਅੰਦਰ ਚੇਂਜਿਸ ਕਿਹੜੀਆਂ ਆ ਰਹੀਆਂ ਨੇ। ਅਗਰ ਉਹ ਚੇਂਜਿਸ ਤੁਹਾਨੂੰ ਖੁਦ ਨੂੰ ਪਤਾ ਲੱਗ ਜਾਏਗਾ ਕਿ ਚੇਂਜਿਸ ਮੈਨੂੰ ਜ਼ਿਆਦਾ ਇੰਪੈਕਟ ਕਰਨ ਲੱਗ ਗਈਆਂ ਤਾਂ ਤੁਸੀਂ ਵਿਜ਼ਿਟ ਜ਼ਰੂਰ ਕਰੋ ਉਸ ਟਾਈਮ 'ਤੇ। ਉਹ ਤੋਂ ਕੋਈ ਅਣਗਹਿਲੀ ਨਹੀਂ ਹੋਣੀ ਚਾਹੀਦੀ ਉਸ ਟਾਈਮ 'ਤੇ ਜੀ। ਅਖੀਰ ਦੇ ਵਿੱਚ ਤੁਸੀਂ ਆਪਣੇ ਵੱਲੋਂ ਕੋਈ ਮਾਨਸਿਕ ਸਿਹਤ ਨਾਲ ਜੁੜੇ ਟਿਪ ਜਿਹੜੀ ਦੇਣੀ ਚਾਹੋ ਉਹ ਕੀ ਹੋਏਗੀ? ਦੇਖੋ, ਮੈਂ ਅਗਰ ਮੈਂਟਲ ਹੈਲਥ ਦੀ ਗੱਲ ਕਰਾਂ ਤਾਂ ਮੈਂ ਸਭ ਤੋਂ ਪਹਿਲਾਂ ਹਰ ਇੱਕ ਇਨਸਾਨ ਨੂੰ ਇਹ ਕਹਿਣਾ ਚਾਹੂੰਗੀ ਕਿ ਐਕਸਰਸਾਈਜ਼ ਬਹੁਤ ਜ਼ਰੂਰੀ ਆ। ਫਿਜ਼ੀਕਲ ਐਕਸਰਸਾਈਜ਼, ਕਿਉਂਕਿ ਬੋਡੀ ਜੋ ਹੈ ਮਾਈਂਡ ਨਾਲ ਜੁੜਿਆ ਹੋਈ ਆ। ਸਾਡੇ ਹਾਰਮੋਨਸ ਨੇ ਜੋ ਡੋਪਾਮੀਨ ਆ ਜਾਂ ਫਿਰ ਜੋ ਸਾਡੇ ਜੋ ਸਾਨੂੰ ਖੁਸ਼ੀ ਜਾਂ ਸਾਨੂੰ ਐਕਟਿਵ ਰਹਿਣ ਦੇ ਵਿੱਚ ਜਿਹੜੇ ਵੀ ਹਾਰਮੋਨ ਸਾਨੂੰ ਹੈਲਪ ਕਰਦੇ ਨੇ, ਉਹ ਐਕਸਰਸਾਈਜ਼ ਨਾਲ ਨੈਚੁਰਲੀ ਵੱਧਦੇ ਨੇ ਜੀ। ਤਾਂ ਅਗਰ ਅਸੀਂ ਰੈਗੂਲਰਲੀ ਥੋੜ੍ਹੀ ਬਹੁਤ ਐਕਸਰਸਾਈਜ਼ ਕਰਦੇ ਰਹੀਏ, ਨਿਊਟ੍ਰੀਸ਼ੀਅਸ ਫੂਡ ਖਾਈਏ ਔਰ ਪਲੱਸ ਫੈਮਿਲੀ ਵਿੱਚ ਟਾਈਮ ਸਪੈਂਡ ਕਰੀਏ, ਸੋਸ਼ਲਾਈਜੇਸ਼ਨ ਵਧਾਈਏ, ਮਤਲਬ ਸੋਸ਼ਲ ਮੀਡੀਆ ਸਾਈਟਸ 'ਤੇ ਨਹੀਂ, ਸੱਚੀ ਮੁੱਚੀ ਦੀ ਫਿਜ਼ੀਕਲ ਜੋ ਇੰਟਰੈਕਸ਼ਨ ਆ ਅਗਰ ਅਸੀਂ ਉਹ ਵਧਾਈਏ ਤਾਂ ਇੱਕ ਇਨਸਾਨ ਹੈਲਦੀ ਰਹਿ ਸਕਦਾ। ਜਿਵੇਂ ਵੀਡੀਓ ਗੇਮ ਦੀ ਲੱਤ ਲੱਗ ਜਾਂਦੀ ਆ, ਉਹ ਸਮਝ ਹੀ ਨਹੀਂ ਆਉਂਦੀ ਕਿਸੇ ਨੂੰ। ਪੇਰੈਂਟਸ ਮੁਤਾਬਿਕ ਬੱਚਾ ਬਸ ਫੋਨ 'ਤੇ ਵੀਡੀਓ ਗੇਮ ਖੇਡ ਰਿਹਾ, ਉਹ ਇਹ ਨਹੀਂ ਦੇਖ ਪਾ ਰਹੇ ਕਿ ਵੀਡੀਓ ਗੇਮਸ
ਉਹ ਬੱਚੇ ਦੀ ਮਾਨਸਿਕਤਾ ਨੂੰ ਕਿੰਨਾ ਅਸਰ ਪਾ ਰਹੀ। ਜਿਵੇਂ ਬਲੂ ਵੇਲ ਗੇਮ ਆਈ ਸੀ ਜਾਂ ਪਬਜੀ ਆਈ ਸੀ, ਪਬਜੀ ਦੇ ਕਰਕੇ ਦੇਖੋ ਕਿੰਨੇ ਲੋਕਾਂ ਨੇ ਕਿੰਨਾ ਨੁਕਸਾਨ ਕਰਵਾਇਆ, ਬੈਂਕ ਅਕਾਊਂਟਸ ਤੋਂ ਪੈਸੇ ਗਏ ਨੇ, ਬਹੁਤ ਕੁਝ ਹੋਇਆ। ਤੇ ਇਹ ਤੋਂ ਇਲਾਵਾ ਤੁਸੀਂ ਦੇਖੋ ਬਿੰਜ ਵਾਚ ਦੀ ਪ੍ਰੋਬਲਮ ਵੀ ਅੱਜ ਕੱਲ੍ਹ ਐਡਿਕਸ਼ਨ ਨਾਲ ਲਿੰਕ ਕਰਦੇ, ਹਾਲਾਂਕਿ ਐਡਿਕਸ਼ਨ ਨਹੀਂ ਹੈਗੀ, ਮਤਲਬ ਇਹ ਡਾਇਗਨੋਜ਼ ਨਹੀਂ ਹੋਈ ਹਾਲੇ ਤੱਕ ਕਿ ਇਹਨੂੰ ਹਲੇ WHO ਨੇ ਕਿਹਾ ਨਹੀਂ ਹੈ ਕਿ ਵੀ ਜਦ ਤੋਂ ਬਿੰਜ ਵਾਚ ਆ ਵੀ ਕੋਈ ਐਡਿਕਸ਼ਨ ਦੇ ਵਿੱਚ ਆਉਂਦੀ ਹੈ, ਪਰ ਇਹ ਆਦਤ ਬਣ ਗਈ। ਤੁਸੀਂ ਦੇਖੋ ਵੈਬ ਸੀਰੀਜ਼ ਨੈਟਫਲਿਕਸ 'ਤੇ ਲੋਕ ਵੈਬ ਸੀਰੀਜ਼ ਨੂੰ ਇੱਕ ਵਾਰ ਸਟਾਰਟ ਕਰਦੇ ਨੇ, ਇੱਕ 2-2 ਵਜੇ ਤੱਕ ਦੇਖਦੇ ਨੇ ਰਾਤ ਨੂੰ। ਪਿੱਛੇ ਜਿਹੀ ਇੱਕ ਰਿਸਰਚ ਵੀ ਆਈ ਸੀ ਤਾਂ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਅਗਰ ਬਿਨਾਂ ਰਿੰਗ ਹੋਏ ਤੋਂ ਜਾਂ ਬਿਨਾਂ ਕਿਸੇ ਅਲਰਟ ਤੋਂ ਤੁਸੀਂ ਹਰ 8 ਮਿੰਟ ਦੇ ਵਿੱਚ ਇੱਕ ਵਾਰ ਆਪਣਾ ਫੋਨ ਚੱਕ ਕੇ ਦੇਖਦੇ ਹੋ ਤਾਂ ਤੁਸੀਂ ਐਡਿਕਟ ਹੋ ਚੁੱਕੇ ਹੋ ਉਹਦੇ। ਦੇਖੋ ਉਹ ਬਿਲਕੁਲ ਡਿਫਰੈਂਟ ਚੀਜ਼ ਆ ਰਣਦੀਪ। ਉਹਦੇ ਵਿੱਚ ਕਿਆ ਸੋਸ਼ਲ ਮੀਡੀਆ ਸਾਈਟਸ ਦੇ ਉੱਤੇ ਲੋਕ ਜਦੋਂ ਪੋਸਟ ਕਰਦੇ ਆ ਆਪਣੀ ਕੋਈ ਚੀਜ਼, ਤਾਂ ਉਹਦੇ ਵਿੱਚ ਤੁਸੀਂ ਦੇਖਦੇ ਹੋ ਕਿ ਮੇਰੀ ਪੋਸਟ ਕਿੰਨੇ ਜਣਿਆਂ ਨੇ ਲਾਈਕ ਕੀਤੀ ਆ, ਕਿੰਨੇ ਜਣਿਆਂ ਨੇ ਕਮੈਂਟ ਕੀਤਾ। ਇਹ ਸਭ ਤੋਂ ਬੜਾ ਰੀਜ਼ਨ ਹੁੰਦਾ। ਜਾਂ ਫਿਰ ਤੁਸੀਂ ਕਿਸੇ ਦੇ ਮੈਸੇਜ ਦੀ ਵੇਟ ਕਰਦੇ ਹੋ, ਤੁਸੀਂ ਇੰਨਾ ਜ਼ਿਆਦਾ ਫੋਨ ਯੂਜ਼ ਕਰਦੇ ਹੋ, ਤੁਹਾਨੂੰ ਇੰਨੇ ਮੈਸੇजेस ਆਉਂਦੇ ਆ, ਤੁਹਾਨੂੰ ਲਾਈਕ ਆਇਆ ਕਿ ਨਹੀਂ, ਤੁਹਾਨੂੰ ਸਾਈਕੋਲੋਜੀਕਲੀ ਤੁਸੀਂ ਇੰਨੇ ਬਾਉਂਡ ਹੋ ਜਾਂਦੇ ਹੋ ਕਿ ਬਾਰ-ਬਾਰ ਚੈੱਕ ਕਰਕੇ ਦੇਖਦੇ ਹੋ। ਇਹ ਸਾਈਕੋਲੋਜੀਕਲ ਇਸ਼ੂ ਹੈ, ਠੀਕ ਹੈ। ਤੇ ਇਸ ਤੋਂ ਇਲਾਵਾ ਤੁਸੀਂ ਦੇਖੋ ਸੈਲਫੀ ਦੀ ਪ੍ਰੋਬਲਮ ਵੀ ਪਹਿਲਾਂ ਬਹੁਤ ਵੱਧ ਗਈ ਸੀ, ਅੱਜ ਕੱਲ੍ਹ ਵੀ ਹੈ ਹਾਲੇ ਵੀ, ਤਾਂ ਉਹਦੇ ਨਾਲ ਐਲਬੋ ਨੂੰ ਲੈ ਕੇ ਪ੍ਰੋਬਲਮ ਹੋ ਜਾਂਦੀ ਹੈ। ਲੋਕ ਸੈਲਫੀਆਂ ਖਿੱਚੀ ਜਾਂਦੇ ਉਹਨਾਂ ਦੇ ਇੱਥੋਂ ਐਲਬੋ 'ਚ ਪ੍ਰੋਬਲਮ ਆਉਣੀ ਸਟਾਰਟ ਹੋ ਜਾਂਦੀ ਆ। ਤੇ ਤੁਸੀਂ ਦੇਖੋ ਬਿੰਜ ਵਾਚ ਦੇ ਵਿੱਚ ਤਾਂ ਬਹੁਤ ਜ਼ਿਆਦਾ ਇਸ਼ੂ ਆ ਕਿ ਉਹ ਲੋਕ ਇਨਸੋਮਨੀਆ ਦੇ ਸ਼ਿਕਾਰ ਹੋ ਰਹੇ ਨੇ, ਨੀਂਦ ਆਉਣੀ ਬਿਲਕੁਲ ਬੰਦ ਹੋ ਗਈ। ਹੁਣ ਸਿੰਪਟਮ ਤਾਂ ਇਹ ਕਿ ਨੀਂਦ ਨਹੀਂ ਆ ਰਹੀ, ਪਰ ਰੀਜ਼ਨ ਤੱਕ ਨਹੀਂ ਪਹੁੰਚਦੇ। ਰੀਜ਼ਨ ਕਿਆ, ਉਹ ਕਹਿਣਗੇ ਅਸੀਂ ਰਾਤ ਨੂੰ 2 ਵਜੇ ਤੱਕ ਜਾਗਦੇ ਹਾਂ, ਸਾਨੂੰ 2 ਵਜੇ ਤੱਕ ਨੀਂਦ ਨਹੀਂ ਆਉਂਦੀ। ਬਿੰਜ ਵਾਚ ਕਰ ਕਿਉਂ ਰਿਹਾ ਇਨਸਾਨ? ਹੋ ਸਕਦਾ ਉਹ ਅੰਦਰੋਂ ਡਿਪਰੈਸਡ ਹੋਏ, ਕਿਉਂਕਿ ਜਦੋਂ ਉਹ ਬੰਦ ਕਰਦਾ ਉਸ ਚੀਜ਼ ਨੂੰ ਤਾਂ ਉਹਨੂੰ ਆਪਣੇ ਥਾਟਸ ਆਉਣੇ ਸਟਾਰਟ ਹੋ ਜਾਂਦੇ। ਸੇਮ ਕ੍ਰਾਈਟੀਰੀਆ ਅਸੀਂ ਨਸ਼ੇ 'ਚ ਲੋਕ ਯੂਜ਼ ਕਰਦੇ ਹਾਂ ਕਿ ਜਦੋਂ ਨਸ਼ੇ ਦੀ ਹਾਲਤ ਦੇ ਵਿੱਚ ਹੈ ਤਾਂ ਭੁੱਲਿਆ ਹੋਇਆ ਆਪਣੇ ਸਟ੍ਰੈਸ ਨੂੰ ਜਾਂ ਆਪਣੀ ਐਂਗਜ਼ਾਇਟੀ ਨੂੰ, ਤਾਂ ਉਹ ਵਧੀਆ ਰਹਿੰਦਾ ਨਸ਼ੇ ਦੀ ਹਾਲਤ ਦੇ ਵਿੱਚ। ਜਦੋਂ ਨਸ਼ਾ ਖਤਮ ਹੁੰਦਾ ਫਿਰ ਤੋਂ ਉਸੇ ਸਥਿਤੀ 'ਚ ਆ ਜਾਂਦਾ, ਫਿਰ ਉਹਨੂੰ ਕਾਹਲ ਪੈਂਦੀ ਵੀ ਨਸ਼ਾ ਕਰਾਂ। ਸੇਮ ਬਾਕੀ ਸਾਰੀਆਂ ਚੀਜ਼ਾਂ ਦੇ ਨਾਲ ਆ ਕਿ ਅਗਰ ਤੁਸੀਂ ਨੈਟਫਲਿਕਸ ਬੰਦ ਕਰਤੇ ਜਾਂ ਕੋਈ ਹੋਰ ਕੁਛ ਵੀ ਜਿੱਥੇ ਤੁਸੀਂ ਬਿੰਜ ਵਾਚ ਕਰ ਰਹੇ ਹੋ, ਕੋਈ ਐਸੇ ਪ੍ਰੋਗਰਾਮਸ ਦੇਖ ਰਹੇ ਹੋ, ਤੁਸੀਂ ਅਗਰ ਉਹਨੂੰ ਬੰਦ ਕਰਤਾ ਤਾਂ ਤੁਹਾਨੂੰ ਤੁਹਾਡੇ ਥਾਟਸ ਹੌਂਟ ਕਰਦੇ ਨੇ। ਅਤੇ ਇਹ ਸਾਰੇ ਸਾਈਕੋਲੋਜੀਕਲ ਇਸ਼ੂਜ਼ ਨੂੰ ਡੀਲ ਕਰਨ ਦੀ ਬਹੁਤ ਜ਼ਿਆਦਾ ਜ਼ਰੂਰਤ ਆ। ਅਗਰ ਤੁਸੀਂ ਇਹਨਾਂ ਸਾਰੀਆਂ ਚੀਜ਼ਾਂ 'ਚ ਕਿਤੇ ਨਾ ਕਿਤੇ ਸਟਕ ਹੋ, ਕਿਤੇ ਨਾ ਕਿਤੇ ਫਸੇ ਹੋਏ ਹੋ, ਤਾਂ ਤੁਹਾਨੂੰ ਹੈਲਪ ਦੀ ਜ਼ਰੂਰਤ ਹੈਗੀ ਆ। ਅਸੀਂ ਤੁਹਾਡਾ ਬਹੁਤ ਜ਼ਿਆਦਾ ਸਮਾਂ ਲੈ ਰਹੇ ਹਾਂ, ਪਰ ਇੱਕ ਸਵਾਲ ਅਖੀਰ ਦੇ ਵਿੱਚ ਮੈਂ ਜ਼ਰੂਰ ਪੁੱਛਣਾ ਚਾਹੂੰਗੀ ਕਿ ਕਈ ਵਾਰ ਨਾ ਇਹ ਅਕਸਰ ਦੇਖਣ ਦੇ ਵਿੱਚ ਆਉਂਦਾ ਕਿ ਸਾਡੇ ਆਲੇ ਦੁਆਲੇ ਐਵੇਂ ਦੇ ਲੋਕ ਹੁੰਦੇ ਨੇ, ਜਾਂ ਕਈ ਵਾਰ ਅਸੀਂ ਖੁਦ ਵੀ ਉਸ ਚੀਜ਼ ਦਾ ਸ਼ਿਕਾਰ ਹੋ ਜਾਂਦੇ ਹਾਂ, ਸਾਨੂੰ ਪਤਾ ਨਹੀਂ ਹੁੰਦਾ ਕਿ ਬਹੁਤ ਜ਼ਿਆਦਾ ਸਫਾਈ ਦੀ ਆਦਤ, ਵਾਰ-ਵਾਰ ਹੱਥ ਧੋਣੇ ਜਾਂ ਬੈੱਡਸ਼ੀਟ ਜਿਹੜੀ ਆ ਉਹ ਬਿਲਕੁਲ ਸਿੱਧੀ ਹੋਏ, ਉਹਦੇ 'ਚ ਕੋਈ ਵਲ ਨਾ ਹੋਏ, ਹਰ ਇੱਕ ਚੀਜ਼ ਟਿਕਾਣੇ 'ਤੇ ਹੋਏ, ਹੈ ਨਾ, ਸਾਨੂੰ ਆਦਤ ਪੈ ਜਾਂਦੀ ਹੈ ਬਹੁਤ ਜ਼ਿਆਦਾ। ਕਿ ਇਹ ਵੀ ਕੋਈ ਕਿਸੇ ਤਰ੍ਹਾਂ ਦੀ ਮਾਨਸਿਕ ਪਰੇਸ਼ਾਨੀ ਹੈ? ਦੇਖੋ ਰਣਦੀਪ, ਇਹ ਇੱਕ ਪਰਟੀਕੂਲਰ ਡਿਸਆਰਡਰ ਨਾਲ ਲਿੰਕ ਕਰਦੇ ਹਨ, ਓਬਸੈਸਿਵ ਕੰਪਲਸਿਵ ਡਿਸਆਰਡਰ ਬੋਲਦੇ ਆ। ਸਫਾਈ ਸਭ ਨੂੰ ਪਸੰਦ ਹੋਣੀ ਚਾਹੀਦੀ ਆ, ਪਰ ਡਸਟ ਦਾ ਇੱਕ ਤਿਣਕਾ ਵੀ ਨਾ ਹੋਵੇ, ਠੀਕ ਹੈ। ਅਤੇ ਉਹਨੂੰ ਲੈ ਕੇ ਤੁਹਾਨੂੰ ਓਬਸੈਸ਼ਨ ਹੋ ਜਾਏ ਸਫਾਈ ਨੂੰ ਲੈ ਕੇ, ਤੁਸੀਂ ਓਬਸੈਸਡ ਹੋ ਵੀ ਸਫਾਈ ਤਾਂ ਰਹੀ ਰਹੇ, ਵੀ ਤੁਸੀਂ ਖੜ੍ਹੇ ਹੋ ਕਿਤੇ ਵੀ, ਤੁਸੀਂ ਜਾ ਵੀ ਰਹੇ ਹੋ ਕਿਤੇ, ਅਤੇ ਤੁਹਾਨੂੰ ਕਿਤੇ ਵੀ ਗੰਦਗੀ ਦਿਖ ਰਹੀ ਹੈ, ਤੁਹਾਨੂੰ ਐਂਗਜ਼ਾਇਟੀ ਹੋ ਰਹੀ ਆ, ਤੁਹਾਨੂੰ ਅੰਦਰੋਂ ਕਾਹਲ ਪੈ ਰਹੀ ਹੈ ਵੀ ਇਹ ਸਾਫ਼ ਹੋ ਜਾਏ ਬਸ ਜਲਦੀ ਤੋਂ ਜਲਦੀ। ਅਤੇ ਜੇ ਤੁਹਾਨੂੰ ਕੰਪਲਸ਼ਨ ਹੈ ਕਿ ਮੈਂ ਇਹਨੂੰ ਸਾਫ਼ ਕਰ ਦਾਂ, ਨਹੀਂ ਤਾਂ ਮੇਰੇ ਤੋਂ ਰਿਹਾ ਨਹੀਂ ਜਾਣਾ, ਤਾਂ ਇਹ OCD ਦਾ ਰੂਪ ਲੈ ਲੈਂਦੀ ਆ। ਮਤਲਬ ਇੱਕ ਇਨਸਾਨ ਸੋਚ ਰਿਹਾ, ਫੀਲ ਕਰ ਰਿਹਾ ਅਤੇ ਐਕਸ਼ਨ ਵੀ ਲੈ ਰਿਹਾ। ਅਤੇ ਇਹ ਸਿਰਫ ਸਫਾਈ ਨੂੰ ਲੈ ਕੇ ਨਹੀਂ ਆ। ਜਿਵੇਂ ਤੁਸੀਂ ਰਿੰਕਲ ਵਾਲੀ ਗੱਲ ਕੀਤੀ, ਉਹਦੇ ਨਾਲ ਰਿਲੇਟਿਡ ਵੀ, ਇਹ ਔਰਗਨਾਈਜੇਸ਼ਨ ਨਾਲ ਰਿਲੇਟਿਡ ਵੀ ਆ, ਵੀ ਕੋਈ ਚੀਜ਼ ਨੂੰ ਔਰਗਨਾਈਜ਼ ਕਰਕੇ ਰੱਖਣਾ ਕਿ ਜੇ ਬੁੱਕਸ ਪਈਆਂ ਨੇ, ਪੈਨ ਸਿੱਧਾ ਪਿਆ, ਪੈਨਸਿਲ ਸਿੱਧੀ ਪਈ ਹੈ ਤਾਂ ਸਿੱਧੀ ਹੀ ਹੋਵੇ, ਮਾੜੀ ਮੋਟੀ ਟੇਢੀ ਮੇਢੀ ਵੀ ਬਰਦਾਸ਼ਤ ਨਹੀਂ ਹੁੰਦੀ ਲੋਕਾਂ ਤੋਂ, ਠੀਕ ਹੈ। ਤਾਂ ਇਹ OCD ਦੀ ਪ੍ਰੋਬਲਮ ਹੈ, ਐਂਗਜ਼ਾਇਟੀ ਡਿਸਆਰਡਰ ਆ ਬੇਸਿਕਲੀ। ਇਨਸਾਨ ਦੇ ਅੰਦਰ ਐਂਗਜ਼ਾਇਟੀ ਹੁੰਦੀ ਹੈ। ਹੁਣ ਜਿਵੇਂ ਤੁਹਾਨੂੰ ਜਿਹੜਾ ਡਸਟ ਆ, ਮਿੱਟੀ ਆ, ਤੁਹਾਨੂੰ ਹੱਥ 'ਤੇ ਅਗਰ ਤੁਹਾਡਾ ਹੱਥ ਗੰਦਾ, ਤੁਹਾਨੂੰ ਹੱਥ ਗੰਦਾ ਹੀ ਨਜ਼ਰ ਆਊਗਾ, ਤੁਸੀਂ ਜਾ ਕੇ ਸਾਫ਼ ਕਰ ਲਓ, ਤੁਹਾਨੂੰ ਸਾਫ਼ ਨਜ਼ਰ ਆਊਗਾ। OCD ਦੇ ਜਿਹੜੇ ਪੇਸ਼ੈਂਟਸ ਨੇ, ਉਹਨਾਂ ਦੇ ਨਜ਼ਰੀਏ ਤੋਂ ਅਗਰ ਦੇਖੀਏ ਤਾਂ ਉਹਨਾਂ ਨੂੰ ਸਭ ਵਿਜ਼ੀਬਲ ਆ ਕਿ ਹੱਥ ਗੰਦਾ ਹੈ, ਇਸ ਗੰਦੇ ਹੱਥ ਨਾਲ ਮੈਂ ਕਿਸ ਚੀਜ਼ ਨੂੰ ਟੱਚ ਕੀਤਾ, ਮੈਂ ਕਿੱਥੇ ਕੀ ਕੁਝ ਖਾ ਲਿਆ, ਡਸਟ ਦੇ ਅੰਦਰ ਜੋ ਵੀ ਬੈਕਟੀਰੀਆ ਜਾਂ ਜਰਮਸ ਨੇ ਉਹ ਮੇਰੇ ਅੰਦਰ ਜਾ ਚੁੱਕੇ ਨੇ, ਮੈਨੂੰ ਕੁਝ ਹੋ ਸਕਦਾ। ਹੁਣ ਇਹ ਥਾਟਸ ਦੀ ਚੇਨ ਬਣ ਗਈ, ਐਂਗਜ਼ਾਇਟੀ ਵਾਲੇ ਥਾਟਸ ਦੀ, ਜੋ ਉਹਨੂੰ ਡਰਾ ਰਹੀ ਆ ਜੀ। ਫਿਰ ਉਹ ਫਟਾਫਟ ਧੋਊਗਾ ਉਸ ਚੀਜ਼ ਨੂੰ।
ਤਾਂ ਇਹ ਚੀਜ਼ ਕੀ ਹੈ ਕਿ ਤੁਸੀਂ ਅਗਰ ਦਰਵਾਜ਼ੇ ਦਾ ਹੈਂਡਲ ਪਕੜ ਕੇ ਦਰਵਾਜ਼ਾ ਵੀ ਖੋਲ੍ਹਿਆ ਤਾਂ ਵੀ ਤੁਸੀਂ ਆਪਣੇ ਹੈਂਡ ਕਲੀਨ ਕਰਦੇ ਹੋ। ਤੇ ਇਹ ਬਹੁਤ ਸਾਰੇ ਲੋਕਾਂ ਨੂੰ ਇਹ ਪ੍ਰੋਬਲਮ ਆ ਜਾਂਦੀ ਹੈ, ਤੇ ਇਹਦੇ ਬਹੁਤ ਸਾਰੇ ਸੋਲਿਊਸ਼ਨ ਵੀ ਨੇ, ਕਈ ਥੈਰੇਪੀਜ਼ ਵੀ ਨੇ, ਜਿਵੇਂ ਸਿਸਟਮੈਟਿਕ ਡੀਸੈਂਸਿਟਾਈਜੇਸ਼ਨ ਆ, ਠੀਕ ਹੈ। ਤੇ ਉਹਦੇ ਵਿੱਚ ਕੀ ਹੈ ਕਿ ਅਸੀਂ ਜਾਂ ਫਲੱਡਿੰਗ ਆ, ਕਿ ਅਸੀਂ ਉਸ ਇਨਸਾਨ ਨੂੰ ਜਿਸ ਚੀਜ਼ ਤੋਂ ਉਹਨੂੰ ਮਤਲਬ ਜਿਵੇਂ ਹੁਣ ਉਹਨੂੰ ਡਸਟ ਤੋਂ ਪ੍ਰੋਬਲਮ ਆ ਰਹੀ ਹੈ ਤਾਂ ਅਸੀਂ ਉਹਦੇ ਹੱਥ 'ਤੇ ਡਸਟ ਲਗਾ ਕੇ ਉਹ ਕਵੇਂ ਕੁਝ ਸੈਕਿੰਡਸ ਤੱਕ ਰੱਖ, ਠੀਕ ਹੈ, ਉਹਦੀ ਪੇਸ਼ੈਂਸ ਵਧਾਵਾਂਗੇ। ਨਾਲ CBT ਚੱਲਦੀ ਹੈ, ਕੋਗਨੀਟਿਵ ਬਿਹੇਵੀਅਰਲ ਥੈਰੇਪੀ, ਕਿ ਜਿਹਦੇ ਵਿੱਚ ਅਸੀਂ ਕੀ ਕਰਦੇ ਹਾਂ ਕਿ ਉਹਦੇ ਥੋਟਸ ਨੂੰ, ਜੋ ਐਂਗਜ਼ਾਇਟੀ ਵਾਲੇ ਥੋਟਸ ਨੇ, ਉਹਨਾਂ ਨੂੰ ਥੋੜ੍ਹਾ ਸ਼ਿਫਟ ਕਰਦੇ ਹਾਂ ਲੌਜੀਕਲੀ, ਠੀਕ ਹੈ। ਉਹਨੂੰ ਜਿਹੜੇ ਡਿਸਟਰਕਟਿਵ ਥੋਟਸ ਨੇ ਉਹਨਾਂ ਨੂੰ ਅਸੀਂ ਡੀਲ ਕਰਦੇ ਹਾਂ। ਪਲੱਸ OCD ਦੇ ਪੇਸ਼ੈਂਟਸ ਨੂੰ ਮੈਡੀਸਿਨ ਵੀ ਚੱਲਦੀ ਆ। ਸਭ ਤੋਂ ਪ੍ਰਾਇਰਟੀ ਬੇਸਿਸ 'ਤੇ ਮੈਡੀਸਿਨ ਹੁੰਦੀ ਆ, ਨਾਲ ਸਾਈਕੋਥੈਰੇਪੀ, ਅਤੇ ਨਾਲ ਅਸੀਂ ਉਹਨੂੰ ਕਹਿ ਲਓ ਕਾਉਂਸਲਿੰਗ ਦੇ ਕੇ ਨਾਲ ਡੀਲ ਕਰਦੇ ਹਾਂ। ਜੀ ਮੈਮ, ਤੁਸੀਂ ਆਪਣਾ ਬਹੁਤ ਕੀਮਤੀ ਸਮਾਂ ਸਾਨੂੰ ਦਿੱਤਾ, ਬਹੁਤ ਸਾਰੇ ਸਵਾਲਾਂ ਦੇ ਜਵਾਬ ਦਿੱਤੇ। ਮੈਨੂੰ ਉਮੀਦ ਹੈ ਕਿ ਸਾਡੇ ਦਰਸ਼ਕਾਂ ਨੂੰ ਤੁਹਾਡੀਆਂ ਗੱਲਾਂ ਦੇ ਵਿੱਚੋਂ ਬਹੁਤ ਕੁਝ ਜਿਹੜਾ ਹੈ ਉਹ ਸਿੱਖਣ ਨੂੰ ਮਿਲੇਗਾ। ਤੁਹਾਡਾ ਬਹੁਤ ਬਹੁਤ ਧੰਨਵਾਦ। ਥੈਂਕ ਯੂ ਰਣਦੀਪ। ਸੋ ਦਰਸ਼ਕੋ, ਜਿਵੇਂ ਸਾਨੂੰ ਸਰੀਰਕ ਸਮੱਸਿਆਵਾਂ ਹੁੰਦੀਆਂ ਨੇ, ਉਸੇ ਤਰ੍ਹਾਂ ਮਾਨਸਿਕ ਸਮੱਸਿਆਵਾਂ ਵੀ ਹੋ ਸਕਦੀਆਂ ਨੇ। ਅਤੇ ਜਿਵੇਂ ਕਨਿਕਾ ਸ਼ਰਮਾ ਜੀ ਨੇ ਦੱਸਿਆ ਕਿ ਮਾਨਸਿਕ ਪਰੇਸ਼ਾਨੀਆਂ ਅਤੇ ਮਾਨਸਿਕ ਰੋਗਾਂ ਦਾ ਫਰਕ ਹੁੰਦਾ ਹੈ। ਹਰ ਮਾਨਸਿਕ ਪਰੇਸ਼ਾਨੀ ਜਿਹੜੀ ਹੈ ਉਹ ਮਾਨਸਿਕ ਰੋਗ ਨਹੀਂ ਹੁੰਦੀ, ਅਤੇ ਜੇ ਹੈ ਵੀ ਹੈ ਤਾਂ ਉਹਨਾਂ ਦਾ ਇਲਾਜ ਹੈ। ਇਸ ਲਈ ਆਪਣੇ ਆਪ ਨੂੰ ਸਾਨੂੰ ਤਿਆਰ ਕਰਨਾ ਪੈਣਾ, ਇਹ ਮੰਨਣਾ ਪੈਣਾ ਕਿ ਜਿਵੇਂ ਸਾਨੂੰ ਥੋੜ੍ਹੀ ਬਹੁਤੀ ਸਰੀਰਕ ਟੁੱਟ ਭੱਜ ਹੋਣ 'ਤੇ ਅਸੀਂ ਦਵਾਈ ਲੈਂਦੇ ਹਾਂ, ਅਸੀਂ ਇਲਾਜ ਕਰਦੇ ਹਾਂ, ਇਸੇ ਤਰ੍ਹਾਂ ਮਾਨਸਿਕ ਪਰੇਸ਼ਾਨੀਆਂ ਦਾ ਇਲਾਜ ਵੀ ਕੀਤਾ ਜਾ ਸਕਦਾ ਹੈ। ਅਤੇ ਅਸੀਂ ਇਸ ਚੀਜ਼ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਸ਼ਰਮ ਮਹਿਸੂਸ ਨਹੀਂ ਕਰਾਂਗੇ। ਅਤੇ ਜੇ ਸਾਡੇ ਆਲੇ ਦੁਆਲੇ ਕੋਈ ਇਸ ਤਰ੍ਹਾਂ ਦੀ ਸਮੱਸਿਆ ਦੇ ਨਾਲ ਜੂਝ ਰਿਹਾ, ਅਸੀਂ ਉਸ ਦੀ ਵੀ ਹਰ ਬਣਦੀ ਸੰਭਵ ਮਦਦ ਕਰਾਂਗੇ। ਇਸ ਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਖਤਮ ਕਰਨ ਦੀ ਦਿਓ ਇਜਾਜ਼ਤ। ਮਿਲਦੇ ਹਾਂ ਅਗਲੇ ਐਪੀਸੋਡ 'ਚ।